ਨਿੱਜਰ 16 ਸਾਲ ਦੀ ਉਮਰ ਦੇ ਵਿੱਚ ਹਿੰਦੁਸਤਾਨ ਤੋਂ ਮਾਈਗ੍ਰੇਟ ਕਰਕੇ ਚਲਾ ਗਿਆ ਸੀ ਔਰ ਉਸ ਤੋਂ ਬਾਅਦ ਉਹ ਕਦੇ ਹਿੰਦੁਸਤਾਨ ਵਾਪਸ ਨਹੀਂ ਆਇਆ। ਉਸ ਦਾ ਵਿਚਾਰੇ ਦਾ ਇੱਕ 16 ਕਮਰਲੇ ਦਾ ਘਰ ਹੈਗਾ ਔਰ ਉਹ ਘਰ ਉਸ ਦਾ ਆਪਣਾ ਨਹੀਂ, ਜੱਦੀ ਜਾਇਦਾਦ, ਉਸ ਨੂੰ ਤੁਸੀਂ ਜ਼ਬਤ ਕਰ ਰਹੇ ਹੋ। ਇਹ ਕਿਸ ਤਰ੍ਹਾਂ ਦਾ ਵਰਤਾਰਾ ਹੈਗਾ? ਜਿਸ ਦਿਨ ਉਸ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਪ੍ਰਾਪਰਟੀ ਦੇ ਵਾਰਸਾਂ ਦੀ ਹੈ, ਉਸ ਦੇ ਉੱਤੇ ਕਬਜ਼ਾ ਕਰੋਗੇ ਤੁਸੀਂ। ਉਹਨਾਂ ਵਾਰਸਾਂ ਦਾ ਕੀ ਕਸੂਰ ਹੈ? ਨਿੱਜਰ ਜਿਹੜਾ ਬਿਲਕੁਲ ਨਿਰਦੋਸ਼ ਆਦਮੀ ਹੈ, ਉਹ ਬਿਲਕੁਲ ਇੱਕ ਸਧਾਰਨ ਆਦਮੀ ਸੀ। ਉਸ ਨੂੰ ਰਾਈਫਲ ਚਲਾਉਂਦਾ ਦਿਖਾ ਰਹੇ ਆ, ਕਦੇ ਕੁਛ ਦਿਖਾ ਰਹੇ ਆ, ਇਹ ਦਿਖਾਉਣ ਵਾਸਤੇ ਵੀ ਉਹ ਅੱਤਵਾਦੀ ਸੀ। ਉਹਦੇ ਉੱਤੇ ਅੱਤਵਾਦ ਦਾ ਕਿਹੜਾ ਮੁਕੱਦਮਾ ਇਹਨਾਂ ਨੇ ਦਾਇਰ ਕੀਤਾ? ਫਿਰ ਉਸ ਦੀ ਕੋਈ ਐਕਸਟ੍ਰੈਡੀਸ਼ਨ ਮੰਗੀ ਹੈ? ਉਸਨੇ ਕੀ ਕੀਤਾ ਇੱਥੇ? ਕਿਉਂਕਿ ਆਪ ਤਾਂ ਉਹ ਆਇਆ ਨਹੀਂ, ਉਸਨੇ ਕਿਸੇ ਕੋਲੋਂ ਕੁਛ ਕਰਵਾਇਆ ਤਾਂ ਕੀ ਕਰਵਾਇਆ ਉਸਨੇ ਜਿਹੜਾ ਜਿਹਦੇ ਉੱਤੇ ਤੁਸੀਂ ਉਸਨੂੰ ਅੱਤਵਾਦੀ ਗਰਦਾਨ ਰਹੇ ਹੋ? ਆਪਣੇ ਆਪ ਹੀ ਇਹ ਖਾਲਿਸਤਾਨ ਦਾ ਲਫ਼ਜ਼ ਇਹਨਾਂ ਨੇ ਇਜਾਦ ਕੀਤਾ ਔਰ ਉਸ ਨੂੰ ਸਿੱਖਾਂ ਦੇ ਮੂੰਹ ਦੇ ਵਿੱਚ ਪਾ ਕੇ ਬਦਨਾਮ ਕਰਨ ਦਾ ਕੰਮ ਕੈਪਟਨ ਨੇ ਵੀ ਕੀਤਾ। ਇਹਨਾਂ ਦੀਆਂ ਕਿਤਾਬਾਂ ਪੜ੍ਹੋ ਜਿਹੜੇ ਇਹਨਾਂ ਦੇ ਰਿਟਾਇਰਡ ਆਫੀਸਰਸ ਬਣ ਗਏ, ਤੇ ਇਹਨਾਂ ਲੋਕਾਂ ਨੇ ਆਪ ਖਾਲਿਸਤਾਨ ਦਾ ਹਵਾ ਖੜਾ ਕੀਤਾ ਹੋਇਆ, ਏਜੰਡਾ ਦੇ ਕੇ ਬਾਹਰ ਭੇਜਿਆ ਗਿਆ ਸੀਗਾ। ਉਦੋਂ ਦਾ ਇਹ ਖਾਲਿਸਤਾਨ ਦਾ ਪ੍ਰਚਾਰ ਹੋ ਰਿਹਾ ਔਰ ਕੋਈ ਇਸ ਦੇ ਬਾਰੇ ਕੁਝ ਕਹਿ ਕਿ ਇਹਦੇ ਪਿੱਛੇ ਵੀ ਏਜੰਸੀਆਂ ਦਾ ਹੱਥ ਹੋ ਸਕਦਾ। ਬਿਲਕੁਲ, ਤਰਿੰਦਰ ਬ੍ਰਹਮਚਾਰੀ ਤਾਂ ਆਪ ਵੱਡੀ ਏਜੰਸੀ ਸੀਗਾ। ਸਾਰੇ ਪੰਜਾਬ ਦੇ ਸਿਆਸਤਦਾਨ ਸਾਰੇ ਹੋਰ ਚੁੱਪ ਕਰਕੇ ਬੈਠੇ ਨੇ। ਪ੍ਰਾਈਮ ਮਿਨਿਸਟਰ ਕੰਟਰੀ ਦਾ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਬਿਆਨ ਦਿੰਦਾ ਤਾਂ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸਨੇ ਐਵੇਂ ਹੀ ਬਿਨਾਂ ਤੱਥਾਂ ਤੋਂ ਬਿਆਨ ਦੇ ਦਿੱਤਾ ਹੋਏਗਾ। ਉਹਦੇ ਕੋਲ ਸਾਰੇ ਦੇ ਸਾਰਾ ਸਬੂਤ ਮੌਜੂਦ ਹੋਏਗਾ। 5-7 ਮੁਲਕਾਂ ਨੇ ਉਸ ਨੂੰ G7 ਵਾਲੇ ਨੇ ਵੀ ਸਾਰਿਆਂ ਨੇ ਸਪੋਰਟ ਕੀਤਾ। ਸਾਡੇ ਸਪੋਰਟ ਦੇ ਵਿੱਚ ਅਜੇ ਤਾਈਂ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਇਹ ਝੂਠ ਹੈ, ਇਹ ਨਹੀਂ ਹੋਇਆ, ਉਸ ਦੇ ਸਪੋਰਟ ਦੇ ਵਿੱਚ ਕੋਈ ਮੁਲਕ ਅਜੇ ਤਾਈਂ ਆਇਆ ਨਹੀਂ। ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਨੂੰ ਲੈ ਕੇ ਕੌਮਾਂਤਰੀ ਪੱਧਰ ਤੇ ਰੌਲਾ ਪਿਆ ਹੋਇਆ। ਕੀ ਕੈਨੇਡਾ ਨੇ ਵਾਕਈ ਭਾਰਤ ਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਉਸ ਗੱਲ ਵਿੱਚ ਸੱਚਾਈ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਭਾਰਤੀ ਏਜੰਸੀਆਂ ਨੇ ਕੀਤਾ ਹੈ? ਸੋ ਟਰੂਡੋ ਨੇ ਇੱਕ ਤਿੱਖਾ ਬਿਆਨ ਦਿੱਤਾ, ਉਸ ਤੋਂ ਬਾਅਦ ਸਾਰੀ ਗੱਲਬਾਤ ਸ਼ੁਰੂ ਹੋਈ। ਉਸ ਤੋਂ ਬਾਅਦ ਇਹ ਚਰਚਾ ਵੀ ਚੱਲ ਪਈ ਕਿ ਜੋ ਕੇਂਦਰ ਦੀ ਜਿਹੜੀ ਹੈਗੀ ਮੋਦੀ ਸਰਕਾਰ ਹੈ ਉਹ ਸਿੱਖਾਂ ਨੂੰ ਬਦਨਾਮ ਜਾਣਬੁੱਝ ਕੇ ਕਰ ਰਹੀ ਹੈ। ਸਾਰੇ ਕਾਸ 'ਤੇ ਗੱਲ ਕਰਾਂਗੇ ਸਾਬਕਾ IAS ਸਰਦਾਰ ਗੁਰਤੇਜ ਸਿੰਘ ਨਾਲ, ਜੋ ਹਰ ਮੁੱਦੇ 'ਤੇ ਸਾਫ਼ ਤੇ ਸਪਸ਼ਟ ਵਿਚਾਰ ਰੱਖਦੇ ਨੇ। ਸਰ, ਸਵਾਗਤ ਹੈ ਤੁਹਾਡਾ। ਥੈਂਕ ਯੂ ਖੋਕਰ ਜੀ। ਕੀ ਕਹਿਣਾ ਚਾਹੋਗੇ ਕਿ ਜਿਹੜਾ ਟਰੂਡੋ ਦਾ ਜਿਹੜਾ ਬਿਆਨ ਆਇਆ, ਬਿਆਨ ਤੋਂ ਬਾਅਦ ਇੰਡੀਆ ਨੇ ਜਿਸ ਤਰ੍ਹਾਂ ਜਵਾਬ ਦੇਣਾ ਚਾਹੀਦਾ ਸੀ ਸਹੀ ਨਹੀਂ ਦਿੱਤਾ, ਉਸ ਤੋਂ ਬਾਅਦ ਜਿਹੜੀ ਤਲਖੀ ਵਧ ਗਈ? ਦੇਖੋ, ਤਲਖੀ ਤਾਂ ਬਹੁਤ ਦੇਰ ਦੀ ਵਧੀ ਹੋਈ ਹੈ, ਆਪਾਂ ਨੋਟਿਸ ਨਹੀਂ ਕੀਤਾ। ਪਿਛਲੀ ਵਾਰੀ ਜਦੋਂ ਹਰਜੀਤ ਸਿੰਘ ਸਾਜਨ ਇੱਥੇ ਆਇਆ ਤਾਂ ਪਹਿਲਾਂ ਤਾਂ ਇਹਨਾਂ ਦਾ ਉਸ ਵੇਲੇ ਜੈਤਰੀ ਸਾਹਿਬ ਸਾਡੇ ਹੁੰਦੇ ਸੀਗੇ ਡਿਫੈਂਸ ਮਿਨਿਸਟਰ। ਪਹਿਲਾਂ ਤਾਂ ਉਹਨਾਂ ਦਾ ਵਿਚਾਰ ਸੀ ਵੀ ਇਹਨੂੰ ਜਿਹੜਾ ਉਹ ਕੋਈ ਸਲੂਟ ਵਗੈਰਾ ਦਿੰਦੇ ਹੁੰਦੇ ਆ ਨੈਸ਼ਨਲ, ਉਹ ਦੇਣ ਦੀ ਲੋੜ ਨਹੀਂ ਹੈ। ਕਿਉਂਕਿ ਦੇਖੋ, ਉਹਨਾਂ ਨੂੰ ਇੱਕ ਬਿਆਨ ਆਇਆ ਸੀ ਉਸ ਵੇਲੇ ਟਰੂਡੋ ਦਾ, ਉਹਨੇ ਕਿਹਾ ਸੀ ਕਿ ਮੇਰੇ ਕੋਲੇ ਵੀ 2% ਸਿੱਖ ਆਉਣਗੇ ਕੈਨੇਡਾ ਦੇ ਵਿੱਚ, ਅਤੇ ਹਿੰਦੁਸਤਾਨ ਦੇ ਵਿੱਚ ਵੀ 2% ਤੋਂ ਘੱਟ ਸਿੱਖ ਆਉਣਗੇ, ਅਤੇ ਮੇਰੇ ਕੋਲੇ 5 ਮਿਨਿਸਟਰ ਹੋਣਗੇ ਅਤੇ ਉੱਥੇ 1 ਹੈ। ਇਸ ਆਪਣੇ ਲੋਕ ਖਫਾ ਸੀਗੇ। ਉਸ ਤੋਂ ਬਾਅਦ ਉਹ ਸਾਜਨ ਆਇਆ ਤਾਂ ਉਸ ਨੂੰ ਜਿਹੜਾ ਗਾਰਡ ਆਫ ਆਨਰ ਹੈ ਉਹ ਦੇਣ ਨੂੰ ਤਿਆਰ ਨਹੀਂ ਸਨ। ਉਸ ਤੋਂ ਬਾਅਦ ਉਸ ਦੇ ਨਾਲ ਕੋਈ ਇਸ ਤਰ੍ਹਾਂ ਦਾ ਵਰਤਾਵ ਨਹੀਂ ਹੋਇਆ ਕਿ ਉਹ ਦੂਸਰੇ ਮੁਲਕ ਦਾ, ਵੱਡੇ ਮੁਲਕ ਦਾ ਇੱਕ ਡਿਫੈਂਸ ਮਿਨਿਸਟਰ ਹੈ, ਬਲਕਿ ਉਸ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿਵੇਂ ਕਿ ਸਾਡਾ ਕੱਢਿਆ ਹੋਇਆ ਕੋਈ ਬੰਦਾ ਸਾਨੂੰ ਨੀਚਾ ਵਿਖਾਉਣ ਵਾਸਤੇ ਆਇਆ ਹੁੰਦਾ ਜਾਂ ਇਸ ਤਰ੍ਹਾਂ ਦਾ। ਕੈਪਟਨ ਨੇ ਵੀ ਮਿਸਬਿਹੇਵ ਕੀਤਾ, ਮਿਲਿਆ ਨਹੀਂ ਸੀ। ਕੈਪਟਨ ਨੇ ਬਹੁਤ ਮਿਸਬਿਹੇਵ ਕੀਤਾ ਉਹਦੇ ਨਾਲ, ਔਰ ਉਹਨਾਂ ਦਿਨਾਂ 'ਚ ਵੀ ਅਸੀਂ ਹਾਂ ਔਰ ਉਸ ਦੇ ਫਾਦਰ ਦਾ ਨਾਂ ਲੈ ਕੇ ਜੀ ਇਹ ਖਾਲਿਸਤਾਨੀ ਹੈ, ਖਾਲਿਸਤਾਨੀ ਗੱਲਾਂ ਕਰਦੇ, ਯਾਨੀ ਕਿ ਇੱਕ ਖਾਲਿਸਤਾਨ ਦੇ ਲਫ਼ਜ਼ ਨੂੰ ਲੈ ਕੇ ਜਿਸ ਦੀ ਕੋਈ ਵਿਆਖਿਆ ਨਹੀਂ ਅੱਜ ਤੱਕ। ਆਪਣੇ ਆਪ ਹੀ ਇਹ ਖਾਲਿਸਤਾਨ ਦਾ ਲਫ਼ਜ਼ ਇਹਨਾਂ ਨੇ ਇਜਾਦ ਕੀਤਾ ਔਰ ਉਸ ਨੂੰ ਸਿੱਖਾਂ ਦੇ ਮੂੰਹ ਦੇ ਵਿੱਚ ਪਾ ਕੇ ਬਦਨਾਮ ਕਰਨ ਦਾ ਕੰਮ ਕੈਪਟਨ ਨੇ ਵੀ ਕੀਤਾ। ਉਸ ਤੋਂ ਬਾਅਦ ਟਰੂਡੋ ਆਇਆ ਇੱਥੇ ਹਿੰਦੁਸਤਾਨ। ਉਸ ਵੇਲੇ ਵੀ ਉਸ ਦਾ ਜਿਹੜਾ ਸਾਡਾ ਚੰਗਾ ਮੀਡੀਆ ਸੀਗਾ, ਜਿਹਨੂੰ ਨੈਸ਼ਨਲ ਮੀਡੀਆ ਕਹਿੰਦੇ ਨੇ, ਉਹਨੇ ਟੋਟਲੀ ਇਗਨੋਰ ਕੀਤਾ ਉਸ ਨੂੰ। ਦਰਬਾਰ ਸਾਹਿਬ ਗਿਆ ਜਾਂ ਉਹ ਇੱਥੋਂ ਦੇ ਕੱਪੜੇ ਪਾ ਕੇ ਉਸ ਤਰ੍ਹਾਂ ਦਾ ਉਸਨੇ ਸੰਕੇਤ ਦਿੱਤਾ ਵੀ ਅਸੀਂ ਇਹਨਾਂ ਨਾਲ ਸਿੰਪਥੀ ਰੱਖਦੇ ਹਾਂ, ਤਾਂ ਉਸ ਦੇ ਉੱਤੇ ਵੀ ਇਹਨਾਂ ਨੇ ਇਤਰਾਜ਼ ਜ਼ਾਹਰ ਕੀਤੇ ਜੀ ਇਹ ਕਿਸ ਤਰ੍ਹਾਂ ਇੱਕ ਭੰਗੜਾ ਡਾਂਸਰ ਬਣਿਆ ਫਿਰਦਾ, ਆਹ ਕਰਦਾ ਉਹ ਕਰਦਾ ਹੈ। ਅੱਛਾ, ਉਸ ਤੋਂ ਬਾਅਦ ਹੁਣ ਇਹ ਨਵਾਂ ਸਿਚੁਏਸ਼ਨ ਆ ਗਿਆ। ਇਸ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਕੰਟਰੀ ਦਾ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਬਿਆਨ ਦਿੰਦਾ ਤਾਂ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸਨੇ ਐਵੇਂ ਹੀ ਬਿਨਾਂ ਤੱਥਾਂ ਤੋਂ ਬਿਆਨ ਦੇ ਦਿੱਤਾ ਹੋਏਗਾ। ਉਹਦੇ ਕੋਲ ਸਾਰੇ ਦੇ ਸਾਰਾ ਸਬੂਤ ਮੌਜੂਦ ਹੋਏਗਾ। ਮੌਜੂਦ ਹੋਏ ਬਿਨਾਂ ਉਹ ਗੱਲ ਨਹੀਂ ਸੀ ਕਰ ਸਕਦਾ। ਹੁਣ ਉਸਨੇ ਇੱਕ ਗੱਲ ਕਹੀ
ਕਿ ਜੀ ਸਾਡੇ ਇੱਥੇ ਆ ਕੇ ਮਾਰਿਆ ਇਹਨਾਂ ਨੂੰ। ਤਾਂ ਇਸ ਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਉਸ ਨੂੰ ਕਲੈਰੀਫਾਈ ਕਰਦੇ। ਉਸ ਤੋਂ ਬਾਅਦ ਉਹ ਕਹਿ ਰਿਹਾ, ਔਰ ਅਮਰੀਕਾ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਜੋ ਬਾਈਡਨ, ਕਿ ਅਸੀਂ ਦੋਨਾਂ ਨੇ ਉੱਥੇ ਮੋਦੀ ਨਾਲ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਹੈ ਕਿ ਜੀ ਆਹ ਬੰਦਾ ਹੈਗਾ ਇਸ ਤਰ੍ਹਾਂ ਕਰਕੇ ਮਾਰਿਆ ਗਿਆ ਅਤੇ ਇਹਦੇ ਤੁਸੀਂ ਤਫਤੀਸ਼ ਕਰੋ, ਤਾਂ ਇਹ ਸਾਡੇ ਨਾਲ ਤੁਸੀਂ ਰਾਬਤਾ ਕਰੋ। ਤਾਂ ਉਹਨਾਂ ਨੇ ਕੋਈ ਗੱਲ ਉਦੋਂ ਤੱਕ ਥੋੜ੍ਹਾ ਇਹ ਹੋਵੇ ਕਿ ਸ਼ੱਕ ਜਤਾਈ ਹੋਵੇ, ਬਾਅਦ ਦੇ ਵਿੱਚ ਪ੍ਰੂਫ ਵਾਲੀਆਂ ਗੱਲਾਂ ਹੋ ਗਈਆਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਖੋਖਰ ਜੀ। ਪ੍ਰੂਫ ਤਾਂ ਜਦੋਂ ਜੇਬ ਦੇ ਵਿੱਚ ਹੋਵੇ ਨਾ ਉਦੋਂ ਬਿਆਨ ਦੇਈਦਾ। ਔਰ ਖਾਸ ਮੋਦੀ ਨਾਲ ਜਦੋਂ ਗੱਲਬਾਤ ਕੀਤੀ 2 ਦਿਨ ਪਹਿਲਾਂ ਦੀ ਗੱਲ, ਉਸ ਤੋਂ ਪਹਿਲਾਂ ਉਹਨਾਂ ਨੂੰ ਜਿਸ ਵੇਲੇ ਬਿਆਨ ਦਿੱਤਾ ਉਸਨੇ ਜਾ ਕੇ, ਤਾਂ ਉਸ ਵੇਲੇ ਵੀ ਔਰ ਮੋਦੀ ਨਾਲ ਗੱਲ ਕਰਨ ਵਾਸਤੇ ਵੀ, ਕਿਉਂਕਿ ਉਹਨੂੰ ਪਤਾ ਸੀ G20 ਤੇ ਜਾ ਰਹੇ ਹਾਂ ਅਸੀਂ ਅਤੇ ਉੱਥੇ ਗੱਲਬਾਤ ਹੋਏਗੀ, ਸੋ ਉਹਨਾਂ ਨੇ ਉਹ ਗੱਲ ਕੀਤੀ। ਉਸ ਦੇ ਵਿੱਚ ਵੀ ਇਹ ਪ੍ਰੋਪਰ ਉਹਨਾਂ ਨੂੰ ਜਵਾਬ ਨਹੀਂ ਦੇ ਸਕੇ। ਤਾਂ ਜਿਹੜੀਆਂ ਸਾਡੀਆਂ ਦੂਸਰੀਆਂ ਮੀਡੀਆ ਹੈਗਾ, ਦੂਸਰੇ ਲੋਕ ਹੋਣਗੇ, ਉਹਨਾਂ ਲੋਕਾਂ ਨੇ ਵੀ ਜਿਹੜਾ ਸਾਡਾ ਵਿਦੇਸ਼ ਮੰਤਰਾਲਾ, ਉਹਨਾਂ ਲੋਕਾਂ ਨੇ ਵੀ ਉਹਨਾਂ ਦਾ ਜਿਹੜਾ ਇਤਰਾਜ਼ ਸੀ ਗੌਰ ਨਹੀਂ ਕੀਤਾ। ਤਾਂ ਫਿਰ ਉਸ ਤੋਂ ਬਾਅਦ ਉਹਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਆਪਣਾ ਬਿਆਨ ਦਿੱਤਾ। ਉਸ ਤੋਂ ਬਾਅਦ ਇਹ ਲੋਕ ਕਹਿ ਰਹੇ ਨੇ ਕਿ ਜੀ ਇਹ ਝੂਠ ਹੈ, ਇਹ ਸਿਰਫ ਇੰਨਾ ਕਹਿ ਰਿਹਾ ਕਿ ਜੀ ਸਾਡੇ ਕੋਲੇ ਸਬੂਤ ਹੋਣ ਦੀ ਸੰਭਾਵਨਾ ਜਾਂ ਇਸ ਤਰ੍ਹਾਂ ਦੀ ਗੱਲ ਉਸ ਨੂੰ ਇੰਟਰਪ੍ਰੇਟ ਕਰ ਰਹੇ ਹੈ। ਜਿਹੜੇ ਵੀ ਬਾਹਰ ਦੇ ਲੋਕ ਹੈਗੇ, ਜਿਹੜੇ ਵੀ ਇਹ ਇੰਗਲਿਸ਼ ਸਪੀਕਿੰਗ ਵਰਲਡ ਹੈਗਾ, ਇਹਦੇ ਵਿੱਚ ਗੱਲ ਨੂੰ ਘਟਾ ਕੇ ਕੀਤਾ ਜਾਂਦਾ ਹੈ, ਇਸ ਨੂੰ ਗੱਲ ਨੂੰ ਵਧਾ ਕੇ ਨਹੀਂ ਕੀਤਾ। ਜਿਵੇਂ ਆਪਣੇ ਮੁਲਕ ਦੇ ਵਿੱਚ ਰਿਵਾਜ ਹੈ ਵੀ ਇੱਕ ਰੱਤੀ ਗੱਲ ਹੋਏ ਤਾਂ 5 ਸਿਰ ਦੀ ਬਣਾ ਕੇ ਦੱਸੋ, ਉੱਥੇ ਇਹ ਰਿਵਾਜ ਹੈ ਕਿ ਉਸ ਨੂੰ ਘਟਾ ਕੇ ਗੱਲ ਕਰਦੇ ਨੇ ਉਹ। ਅਤੇ ਇਹ ਉਹਨਾਂ ਨੇ ਜੇ ਇਸ ਤਰ੍ਹਾਂ ਨਾਲ ਗੱਲ ਕੀਤੀ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਕੋਲ ਸਬੂਤ ਨਹੀਂ ਹੈ, ਉਹਨਾਂ ਕੋਲ ਪੂਰਾ ਸਬੂਤ ਹੈਗਾ। ਔਰ ਉਹਨਾਂ ਨੇ ਜੇ ਐਕੂਜ਼ੇਸ਼ਨ ਲਾਇਆ ਬੜੀ ਠੀਕ ਤਰ੍ਹਾਂ ਨਾਲ ਲਾਇਆ। ਫਿਰ ਉਸ ਤੋਂ ਇਲਾਵਾ ਉਹ ਕਹਿ ਰਹੇ ਨੇ, ਇਹ ਕਹਿੰਦੇ ਨੇ ਕਿ ਜੀ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਇੱਥੇ ਪ੍ਰਚਾਰ ਹੋ ਰਿਹਾ ਸਾਡੇ ਬਰਖਲਾਫ, ਅੱਤਵਾਦੀ ਹੋਣਗੇ ਲੋਕ, ਆਤੰਕਵਾਦੀ ਇੱਥੇ ਗਤੀਵਿਧੀਆਂ ਇਸ ਤਰ੍ਹਾਂ ਦੀਆਂ ਕਰ ਰਹੇ ਆ ਜਿਨ੍ਹਾਂ ਦੇ ਨਾਲ ਵਾਇਲੈਂਸ ਫੈਲ ਰਹੀ। ਤਾਂ ਉਹਨਾਂ ਨੇ ਕਿਹਾ ਜੀ ਅਸੀਂ ਬਾਰ-ਬਾਰ ਇਹਨਾਂ ਕੋਲੋਂ ਸਬੂਤ ਮੰਗਿਆ ਵੀ ਸਾਨੂੰ ਸਬੂਤ ਦਿਓ ਕੋਈ। ਹੁਣ ਇਹ ਜੇ ਕੋਈ ਕਿਸੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਹੋਵੇ ਜਿਹਦੇ ਨਾਲ ਮੁਲਕ ਦਾ ਨੁਕਸਾਨ ਹੁੰਦਾ ਹੋਵੇ, ਲੋਕਾਂ ਦੇ ਵਿੱਚ ਪਾੜਾ ਪੈਂਦਾ ਹੋਵੇ, ਤਾਂ ਕੀ ਕਰੀਦਾ ਉਸ ਦਾ? ਵਾਇਲੈਂਸ ਕਰਦਾ ਹੋਵੇ, ਵਾਇਲੈਂਸ ਨੂੰ ਸਪੋਰਟ ਕਰਦਾ ਹੋਵੇ, ਪੈਸੇ ਭੇਜਦਾ ਹੋਵੇ, ਜੋ ਵੀ ਕੁਛ ਕਰਦਾ ਹੋਵੇ, ਤਾਂ ਕੀ ਕਰੀਦਾ ਉਸ ਦਾ? ਉਸ ਦੇ ਬਾਰੇ ਇੱਕ ਨੋਟਿਸ ਬਣਾਈਦਾ, ਇੰਟਰਪੋਲ ਨੂੰ ਇਨਫੋਰਮ ਕਰੀਦਾ, ਅਗਲੇ ਮੁਲਕ ਨੂੰ ਇਨਫੋਰਮ ਕਰੀਦਾ ਵੀ ਭਾਈ ਤੁਹਾਡੇ ਆਹ ਬੰਦਾ ਇਸ ਤਰ੍ਹਾਂ ਕਰ ਰਿਹਾ। ਫਿਰ ਉਸ ਨੂੰ ਉਸ ਦੇ ਵਾਰੰਟ ਜਾਰੀ ਕਰੀਦੀ ਹੈ, ਐਵੀਡੈਂਸ ਦੇਈਦਾ। ਹੁਣ ਜਿੰਨੇ ਵੀ ਬੰਦਿਆਂ ਦਾ ਇਹਨਾਂ ਨੇ ਐਵੀਡੈਂਸ ਪਹਿਲਾਂ ਦਿੱਤਾ ਹੈ ਔਰ ਕਿਹਾ ਵੀ ਇਹਨਾਂ ਨੂੰ ਅਰੈਸਟ ਕਰੋ, ਉਹਨਾਂ ਨੇ ਦੇਖਿਆ ਵੀ ਉਸ ਐਵੀਡੈਂਸ ਦੇ ਵਿੱਚ ਕੁਛ ਵੀ ਨਹੀਂ ਸੀ। ਐਵੀਡੈਂਸ ਇਹ ਨਹੀਂ ਹੁੰਦਾ ਕਿ ਮੇਰਾ ਓਪੀਨੀਅਨ ਹੈ ਵੀ ਇਹ ਬੰਦਾ ਐਂ ਕਰ ਰਿਹਾ। ਐਵੀਡੈਂਸ ਇਹ ਹੁੰਦਾ ਕਿ ਆਹ ਹਾਰਡ ਫੈਕਟਸ ਹੋਣਗੀਆਂ। ਇਹ ਹਾਰਡ ਫੈਕਟਸ ਇਹਨਾਂ ਨੇ ਪ੍ਰੈਜ਼ੈਂਟ ਨਹੀਂ ਕੀਤੀਆਂ। ਇਹਨਾਂ ਕੋਲ IPC ਇੰਡੀਅਨ ਐਵੀਡੈਂਸ ਐਕਟ ਹੈਗਾ, ਇੰਡੀਅਨ ਐਵੀਡੈਂਸ ਐਕਟ ਦੇ ਅਨੁਸਾਰ ਉਹ ਐਵੀਡੈਂਸ ਬਣਦਾ ਹੈ ਜਿਹੜਾ ਕੁਛ ਇਹ ਕਹਿ ਰਹੇ ਨੇ। ਹੁਣ ਨਿੱਜਰ ਦੀ ਗੱਲ ਲੈ ਲਓ। ਨਿੱਜਰ 16 ਸਾਲ ਦੀ ਉਮਰ ਦੇ ਵਿੱਚ ਹਿੰਦੁਸਤਾਨ ਤੋਂ ਮਾਈਗ੍ਰੇਟ ਕਰਕੇ ਚਲਾ ਗਿਆ ਸੀ ਔਰ ਉਸ ਤੋਂ ਬਾਅਦ ਉਹ ਕਦੇ ਹਿੰਦੁਸਤਾਨ ਵਾਪਸ ਨਹੀਂ ਆਇਆ। ਉਸ ਦਾ ਵਿਚਾਰੇ ਦਾ ਇੱਕ 16 ਕੁ ਮਰਲੇ ਦਾ ਘਰ ਹੈਗਾ ਜਿਹੜਾ ਇੱਥੇ, ਔਰ ਉਹ ਘਰ ਉਸ ਦਾ ਆਪਣਾ ਨਹੀਂ, ਉਸ ਦੇ ਜੱਦੀ ਜਾਇਦਾਦ ਬਜ਼ੁਰਗਾਂ ਦਾ ਘਰ ਹੈ, ਅਗਾਂਹ ਹੁਣ ਉਹਦੇ ਬੱਚਿਆਂ ਦਾ। ਹੁਣ ਉਸ ਨੂੰ ਤੁਸੀਂ ਕੌਨਫਿਸਕੇਟ ਕਰ ਰਹੇ ਹੋ, ਉਸ ਨੂੰ ਤੁਸੀਂ ਜ਼ਬਤ ਕਰ ਰਹੇ ਹੋ। ਇਹ ਕਿਸ ਤਰ੍ਹਾਂ ਦਾ ਵਰਤਾਰਾ ਹੈਗਾ? ਜਿਹੜੇ ਬੰਦਾ ਮਰ ਗਿਆ, ਹੁਣ ਇਹ ਜਿਹੜੀ ਕੌਨਫਿਸਕੇਸ਼ਨ ਹੁੰਦੀ ਆ ਜਾਂ ਜ਼ਾਬਤਾ ਹੁੰਦਾ ਇੱਕ ਪ੍ਰੋਪਰਟੀ ਦਾ, ਇਹ ਇਸ ਵਾਸਤੇ ਹੁੰਦਾ ਹੈ ਕਿ ਬੰਦਾ ਆ ਕੇ ਪੇਸ਼ ਹੋਵੇ, ਕਿਉਂਕਿ ਉਸ ਨੂੰ ਡਰ ਹੋਵੇ ਵੀ ਤੇ ਮੇਰੀ ਪ੍ਰੋਪਰਟੀ ਖਤਮ ਹੋ ਜਾਏਗੀ ਜੇ ਮੈਂ ਨਾ ਗਿਆ ਤਾਂ ਸਰਕਾਰ ਨੇ ਕਬਜ਼ਾ ਕਰ ਲੈਣਾ। ਤਾਂ ਹੁਣ ਉਹ ਤਾਂ ਵਿਚਾਰਾ ਆ ਨਹੀਂ ਸਕਦਾ, ਤਾਂ ਉਸ ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰਨ ਦਾ ਕੀ ਮਤਲਬ ਹੈ? ਫਿਰ ਇੱਕ ਛੋਟਾ ਜਿਹਾ ਪਿੰਡ ਦੇ ਵਿੱਚ 10 ਮਰਲੇ ਦਾ ਘਰ ਹੈ ਜਿਸ ਦੇ ਉੱਤੇ ਜਾ ਕੇ ਕਬਜ਼ਾ ਕਰ ਰਹੇ ਆ। ਇਹ ਕਿੰਨੀ ਕੁ ਵੱਡੀ ਪ੍ਰੋਪਰਟੀ ਹੈ। ਫਿਰ ਉਹ ਜਿਹੜੀ ਪ੍ਰੋਪਰਟੀ ਹੈਗੀ, ਉਹ ਪ੍ਰੋਪਰਟੀ ਅਗਾਂਹ ਉਸ ਦੇ ਵਾਰਸਾਂ ਦੀ ਹੋ ਚੁੱਕੀ ਹੈ। ਜਿਸ ਦਿਨ ਉਸ ਦੀ ਡੈਥ ਹੋ ਗਈ, ਉਸ ਤੋਂ ਬਾਅਦ ਉਹ ਪ੍ਰੋਪਰਟੀ ਦੇ ਵਾਰਸਾਂ ਦੀ ਹੈ। ਉਸ ਦੇ ਉੱਤੇ ਕਬਜ਼ਾ ਕਰੋਗੇ ਤੁਸੀਂ, ਉਹਨਾਂ ਵਾਰਸਾਂ ਦਾ ਕੀ ਕਸੂਰ ਹੈ? ਇਹ ਤਾਂ ਪਰ ਇਹ ਹੈ ਜੀ ਗੁਰਤੇਜ ਸਿੰਘ ਜੀ, ਇਹ ਗੱਲ ਆ ਗਈ ਕਿ 6 ਬੰਦਿਆਂ ਨੇ ਦਾ ਹੱਥ ਹੈ ਉਸ ਕਤਲ ਦੇ ਵਿੱਚ, 1-2 ਗੱਡੀਆਂ ਯੂਜ਼ ਕੀਤੀਆਂ ਗਈਆਂ। ਫਿਰ ਜੇ ਇਹ ਪਤਾ ਲੱਗ ਗਿਆ ਏਜੰਸੀਆਂ ਨੂੰ ਕਿਤੇ ਨਾ ਕਿਤੇ, ਜਾਂ ਤਾਂ ਫਿਰ ਨਾਂ ਲੈਣ 'ਚ ਕੀ ਹਰਜ ਹੈ? ਕੈਨੇਡਾ ਨੂੰ ਵੀ ਖੁੱਲ੍ਹ ਕੇ ਦੱਸ ਦੇਣਾ ਚਾਹੀਦਾ ਵੀ ਇਹਨਾਂ ਨੇ ਇਹ ਕਾਰਾ ਕੀਤਾ ਹੈ, ਤਾਂ ਕਿ ਗੱਲ ਸਪਸ਼ਟ ਹੋ ਜਾਵੇ। ਦੇਖੋ, ਗੱਲ ਇਹ ਹੈਗੀ ਕਿ
ਉਹਨਾਂ ਨੇ ਇਨਵੈਸਟੀਗੇਸ਼ਨ ਦੇ ਹਿਸਾਬ ਦੇ ਨਾਲ ਕਿਹੜੀ ਗੱਲ ਕਿਸ ਵੇਲੇ ਰਿਵੀਲ ਕਰਨੀ ਹੈ ਤਾਂ ਉਹ ਜਾਣਨ। ਤੇ ਲੇਕਿਨ ਇਹ ਪੱਕਾ ਯਕੀਨਨ ਹੈ ਕਿ ਉਹਨਾਂ ਕੋਲੇ ਸਾਰਾ ਐਵੀਡੈਂਸ ਹੈਗਾ। ਇਸੇ ਬਿਨਾਂ ਦੇ ਉੱਤੇ ਉਹਨਾਂ ਨੇ UNO ਦੇ ਵਿੱਚ ਅਪਰੋਚ ਕੀਤਾ ਔਰ ਉੱਥੇ ਵੀ ਉਹਨਾਂ ਨੇ ਦੱਸਿਆ ਵੀ ਆ ਸਾਡੇ ਕੋਲ। ਫਿਰ ਜੋ ਬਾਈਡਨ ਨੇ ਦੂਸਰੇ ਮੁਲਕ ਦਾ ਪ੍ਰੈਜ਼ੀਡੈਂਟ ਹੈ, ਉਸਨੇ ਵੀ ਉਹਨੂੰ ਸਪੋਰਟ ਕੀਤਾ। 5-7 ਮੁਲਕਾਂ ਨੇ ਉਸ ਨੂੰ G7 ਵਾਲਿਆਂ ਨੇ ਵੀ ਸਾਰਿਆਂ ਨੇ ਸਪੋਰਟ ਕੀਤਾ। ਸਾਡੇ ਸਪੋਰਟ ਦੇ ਵਿੱਚ ਅਜੇ ਤਾਈਂ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਇਹ ਝੂਠ ਹੈ, ਇਹ ਨਹੀਂ ਹੋਇਆ, ਉਸ ਦੇ ਸਪੋਰਟ ਦੇ ਵਿੱਚ ਕੋਈ ਮੁਲਕ ਅਜੇ ਤਾਈਂ ਆਇਆ ਨਹੀਂ। ਤੇ ਹੁਣ ਨਿੱਜਰ ਬਾਰੇ ਵੀ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਨੇ ਕਿ ਨਿੱਜਰ ਸਮਾਜ ਸੇਵੀ ਸੀਗਾ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਸੀਗਾ। ਇਹੋ ਜਿਹੇ ਮਾਹੌਲ ਦੇ ਵਿੱਚ ਕਿਸੇ ਬੰਦੇ ਨੂੰ ਮਰਵਾਉਣਾ, ਨਾ ਇਸ ਲੈਵਲ ਦੀ ਖਾਲਿਸਤਾਨੀ ਮੂਵਮੈਂਟ ਪੰਜਾਬ ਦੇ ਵਿੱਚ ਚੱਲਦੀ ਹੈ, ਨਾ ਬਾਹਰ ਚੱਲਦੀ ਹੈ, ਫਿਰ ਮਕਸਦ ਕੀ ਹੋ ਸਕਦਾ ਹੈ? ਮੈਂ ਤਾਂ ਕਹਿੰਦਾ ਖਾਲਿਸਤਾਨ ਹੈ ਕਿ ਖਾਲਿਸਤਾਨ ਜੇ ਤੁਸੀਂ ਇਹਨਾਂ ਦੀਆਂ ਕਿਤਾਬਾਂ ਪੜ੍ਹੋ, ਜਿਹੜੇ ਇਹਨਾਂ ਦੇ ਰਿਟਾਇਰਡ ਆਫੀਸਰਸ ਹੋਣਗੇ, ਤੇ ਇਹਨਾਂ ਲੋਕਾਂ ਨੇ ਆਪ ਖਾਲਿਸਤਾਨ ਦਾ ਹਵਾ ਖੜਾ ਕੀਤਾ ਹੋਇਆ। ਖੂਫੀਆ ਏਜੰਸੀਆਂ ਦੇ ਜਿਹੜੇ ਸਾਬਕਾ ਅਧਿਕਾਰੀ, ਇਹਨਾਂ ਦਾ ਕੰਮ ਹੈ ਇਹ ਖਾਲਿਸਤਾਨ ਦਾ। ਖਾਲਿਸਤਾਨ ਦੀ ਜੇ ਤੁਸੀਂ ਜੜ੍ਹਾਂ ਤੱਕ ਜਾਓ ਤਾਂ ਤੇਜ ਬਹਾਦਰ ਸਪਰੂ ਦੀ ਰਿਪੋਰਟ ਤੋਂ ਸ਼ੁਰੂ ਹੁੰਦਾ। ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੇ ਇੱਕ ਸਪੀਚਸ ਹੋਣਗੇ ਔਰ ਉਸ ਦੀਆਂ ਟਿੱਪਣੀਆਂ ਹੋਣਗੀਆਂ ਜਿਹੜੀਆਂ ਕਿ ਕਈ ਜਗ੍ਹਾ ਰਿਕਾਰਡਡ ਹੋਣਗੀਆਂ। ਇਹਨਾਂ ਲੋਕਾਂ ਨੇ ਖਾਲਿਸਤਾਨ ਜਾਂ ਫਿਰ ਇੰਦਰਾ ਗਾਂਧੀ ਨੇ ਕੀਤਾ ਕਿ ਅਕਾਲੀਆਂ ਨੂੰ ਪਾੜ ਦਿਓ, ਸਿੱਖਾਂ ਨੂੰ ਦਫਾੜ ਕਰ ਦਿਓ ਤੇ ਆਪਣਾ ਰਾਜ ਇੱਥੇ ਬਣਾ ਲਓ ਪੰਜਾਬ 'ਚ। ਜਿਸ ਵੇਲੇ ਪਹਿਲੀ ਇੱਥੇ ਸਰਕਾਰ ਬਣੀ ਹੈ ਨਾਨ ਕਾਂਗਰਸ, ਪੰਜਾਬੀ ਸੂਬਾ ਬਣਿਆ ਤੇ ਸਰਕਾਰ ਦੂਸਰੇ ਲੋਕਾਂ ਦੀ ਬਣੀ ਹੈ, ਕਾਂਗਰਸ ਦੀ ਨਹੀਂ ਬਣੀ। ਉਸ ਵੇਲੇ ਤੋਂ ਇਹਨਾਂ ਨੇ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰਤੀਆਂ। ਜਗਜੀਤ ਸਿੰਘ ਚੌਹਾਨ ਨੂੰ ਮੈਂ ਪਹਿਲੇ ਦਿਨ ਤੋਂ ਜਾਣਦਾ ਸੀ ਜਿਸ ਵੇਲੇ ਉਹ ਜਿਸ ਸਰਕਾਰ ਦੇ ਵਿੱਚ ਆਇਆ, ਕਿਉਂਕਿ ਲਛਮਣ ਸਿੰਘ ਗਿੱਲ ਦਾ ਲੜਕਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਤੇ ਉਹਨਾਂ ਦੇ ਨਾਲ ਮੇਰਾ ਰਾਬਤਾ ਸੀਗਾ, ਤਾਂ ਮੈਂ ਇਹਨਾਂ ਨੂੰ ਜਾਣਦਾ ਸੀਗਾ। ਇਹਨਾਂ ਨੂੰ ਇੱਕ ਇੱਥੇ ਬ੍ਰਹਮਚਾਰੀ ਧਰਿੰਦਰ ਬ੍ਰਹਮਚਾਰੀ ਹੁੰਦਾ ਸੀਗਾ, ਜਿਸ ਨੇ ਬਾਅਦ ਦੇ ਵਿੱਚ ਜਾ ਕੇ ਜੰਮੂ ਦੇ ਵਿੱਚ ਗਨ ਫੈਕਟਰੀ ਲਾਈ ਔਰ ਉਹਦੀਆਂ ਗਨਸ ਜਿਹੜੀਆਂ ਸੀਗੀਆਂ ਉਹ ਉੱਥੇ ਸੰਤ ਲੌਂਗੋਵਾਲ ਦੇ ਸਾਹਮਣੇ ਬੈਠੇ ਜਿਹੜੇ ਬੱਬਰ ਬੈਠਦੇ ਸੀ ਨਾ 5-7 ਉਹਦੇ ਬਾਡੀਗਾਰਡ ਦੇ ਤੌਰ ਦੇ ਉੱਤੇ, ਉਹਨਾਂ ਦੇ ਕੋਲੇ ਮੈਂ ਉਸ ਫੈਕਟਰੀ ਦੀਆਂ ਗਨਸ ਦੇਖੀਆਂ ਨੇ, ਜਿਹੜੀਆਂ ਕਿ ਇੱਕ ਬੈਚ ਦੀਆਂ ਯਾਨੀ ਕਿ ਸਿੱਧੀਆਂ ਫੈਕਟਰੀ ਤੋਂ ਆਈਆਂ ਗਨ ਸੀਗੀਆਂ ਉਹ। ਕਿਉਂਕਿ ਲਾਇਸੈਂਸ ਤਾਂ ਹੋਣਾ ਖੈਰ, ਉਹਨਾਂ ਦੇ ਉਹ ਬੱਟ ਪੋਲਿਸ਼ ਜਿਹੜੀ ਹੁੰਦੀ ਹੈ ਨਾ ਉਹ ਸੇਮ ਸੀ। ਨਹੀਂ, ਪਰ ਕਹਿੰਦੇ ਇੰਦਰਾ ਗਾਂਧੀ ਤੇ ਉਦੋਂ ਇਹ ਵੀ ਦੋਸ਼ ਲੱਗਦੇ ਸੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਹਥਿਆਰ ਵਗੈਰਾ ਪਹੁੰਚਾਏ ਨੇ ਉਹ ਇੰਦਰਾ ਗਾਂਧੀ ਦੀ ਸਾਰਾ ਕੁਛ ਕਾਰਨਾਮਾ ਸੀ। ਨਹੀਂ, ਇਹ ਤਾਂ ਮੈਨੂੰ ਪਤਾ ਹੈ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਹਥਿਆਰ ਲੈ ਕੇ ਜਾਣਾ ਚਾਹੁੰਦਾ ਸੀਗਾ, ਇਹ ਬ੍ਰਿਗੇਡੀਅਰ ਸੀ ਇੱਥੇ ਇੱਕ ਜਲੰਧਰ ਦੇ ਵਿੱਚ। ਉਹ ਮੇਰੇ ਕੋਲ ਆਇਆ, ਆਪਣੇ ਜਨਰਲ ਭੁੱਲਰ ਨੂੰ ਨਾਲ ਲੈ ਕੇ ਆਇਆ ਔਰ ਉਹਨਾਂ ਨੇ ਕਿਹਾ ਜੀ ਕਿ ਦੇਖੋ ਹਮਲਾ ਤਾਂ ਦਰਬਾਰ ਸਾਹਿਬ 'ਤੇ ਹੋਣ ਵਾਲਾ ਹੈ ਅਤੇ ਸੰਤਾਂ ਕੋਲ ਤਾਂ ਗੁਲੇਲ ਵੀ ਹੈ ਨਹੀਂ, ਅਤੇ ਅਸੀਂ ਵੀ ਸਿੱਖ ਹਾਂ, ਸਾਨੂੰ ਵੀ ਮਹਿਸੂਸ ਹੁੰਦਾ ਹੈ ਵੀ ਲੜਾਈ ਕਿਵੇਂ ਹੋਊਗੀ, ਅਤੇ ਇਸ ਕਰਕੇ ਸਾਡੇ ਕੋਲ ਬੰਗਲਾਦੇਸ਼ ਦੇ ਵਿੱਚ ਹਥਿਆਰ ਜਿਹੜੇ ਵਰਤੇ ਗਏ ਸੀਗੇ ਉਹ ਜਿਹੜੇ ਅਸੀਂ ਉੱਥੋਂ ਕੈਪਚਰ ਕੀਤੇ ਸੀਗੇ ਉਹਨਾਂ ਦੇ ਪਾਕਿਸਤਾਨੀ ਫੌਜੀਆਂ ਕੋਲੋਂ, ਉਹ ਸਾਡੇ ਕੋਲ ਪਏ ਨੇ, ਉਹਨਾਂ ਦਾ ਕੋਈ ਬਹੁਤਾ ਅਕਾਊਂਟ ਨਹੀਂ ਹੁੰਦਾ ਅਤੇ ਅਸੀਂ ਤੁਹਾਨੂੰ ਇੱਕ ਟਰੱਕ ਹਥਿਆਰਾਂ ਦੇ ਸਕਦੇ ਹਾਂ। ਮੈਂ ਕਿਹਾ ਜੀ ਮੈਨੇ ਤਾਂ ਫੌਜੀ ਆਦਮੀ ਨਹੀਂ, ਮੈਨੂੰ ਤਾਂ ਪਤਾ ਨਹੀਂ ਇਹਨਾਂ ਗੱਲਾਂ ਦਾ। ਕਿਹੜਾ ਅਫਸਰ ਸੀ ਜਿਹਨੇ ਕਿਹਾ ਦੇ ਸਕਦੇ ਹਾਂ? ਇਹ ਇੱਕ ਬ੍ਰਿਗੇਡੀਅਰ ਸੀ। ਅਤੇ ਮੈਂ ਕਿਹਾ ਜੀ ਮੈਂ ਜੌਂਗੇ ਦੇ ਉੱਤੇ ਆਫੀਸ਼ੀਅਲ ਜੌਂਗੇ ਦੇ ਉੱਤੇ ਇੱਥੇ ਮੇਰੇ ਕੋਲ ਆਇਆ ਮੇਰੇ ਘਰ ਸਿਖਰ ਦੁਪਹਿਰੇ, ਤਾਂ ਮੈਂ ਜਾਣ ਗਿਆ ਵੀ ਇਹ ਤਾਂ ਟਰੈਪ ਕਰ ਰਹੇ ਆ ਮੈਨੂੰ ਅਤੇ ਖਾਮਖਾ ਦੀ ਇਹ ਗੱਲ ਚਲਾ ਰਹੇ। ਹੁਣ ਅੱਛਾ ਸੰਤਾਂ ਕੋਲੇ ਫਿਰ ਉਸ ਤੋਂ ਬਾਅਦ ਭੁੱਲਰ ਅਤੇ ਮੈਂ ਇੱਕ ਦਿਨ ਦਰਬਾਰ ਸਾਹਿਬ ਦੇ ਵਿੱਚ ਜਾ ਰਹੇ ਸੀਗੇ ਇਕੱਠੇ ਮੱਥਾ ਟੇਕਣ ਵੱਲ, ਅਤੇ ਉਧਰ ਬੀਬੀ ਅਮਰਜੀਤ ਕੌਰ ਸੀਗੀ ਜਿਹੜੀ ਉੱਥੇ ਰਹਿੰਦੀ ਸੀ, ਅਜੇ ਵੀ ਹੋਣਗੇ, ਉਹਨਾਂ ਨੂੰ ਪੁੱਛਿਆ ਜਾ ਸਕਦਾ। ਉਹ ਉੱਥੇ ਉੱਤੇ ਨਿਸ਼ਾਨ ਸਾਹਿਬ ਦੇ ਪਿਛਲੇ ਪਾਸੇ ਇੱਕ ਕਮਰਾ ਹੁੰਦਾ ਸੀ ਉਹਨਾਂ ਦਾ ਸੈਕਟਰੀ ਹੁੰਦਾ ਸੀ ਇੱਕ ਬਾਗੀ, ਇੰਦਰਜੀਤ ਸਿੰਘ ਬਾਗੀ। ਉਹ ਬਾਗੀ ਨੇ ਸਾਨੂੰ ਕਿਤੇ ਦੇਖ ਲਿਆ ਅਤੇ ਉਹਨੇ ਬੀਬੀ ਨੂੰ ਦੱਸਿਆ, ਬੀਬੀ ਨੇ ਉੱਤੇ ਬੁਲਾ ਲਿਆ। ਬੀਬੀ ਕਹਿਣ ਲੱਗੀ ਭਾਜੀ ਹਥਿਆਰ ਤਾਂ ਸਾਨੂੰ ਚਾਹੀਦੇ ਆ, ਸਾਨੂੰ ਤਾਂ ਕੁਛ ਕਰਦੇ ਨਹੀਂ, ਸਾਰਾ ਕੰਮ ਤਾਂ ਅਸੀਂ ਕਰ ਰਹੇ ਹਾਂ, ਭਿੰਡਰਾਂ ਵਾਲਾ ਵੀ ਐਵੇਂ ਹੀ ਆਪਣਾ ਕ੍ਰੈਡਿਟ ਲਈ ਜਾਂਦਾ ਹੈ, ਅਤੇ ਜਾਂ ਸੰਤ ਲੌਂਗੋਵਾਲ ਦੇ ਬੰਦੇ ਕਰ ਰਹੇ ਆ ਜਾਂ ਸਾਡੇ ਅਖੰਡ ਕੀਰਤਨੀ ਜਥੇ ਦੇ ਕਰ ਰਹੇ ਆ, ਅਤੇ ਤੁਸੀਂ ਇੱਕ ਟਰੱਕ ਹਥਿਆਰਾਂ ਦਾ ਉਹਨਾਂ ਨੂੰ ਦਿੱਤਾ, ਤੁਸੀਂ ਸਾਨੂੰ ਦਿਓ। ਮੈਂ ਕਿਹਾ ਬੀਬੀ ਮੇਰੇ ਕੋਲ ਕਿੱਥੋਂ ਹਥਿਆਰ ਆਏ, ਤਾਂ ਕੋਲੋਂ ਭੁੱਲਰ ਤੋਂ ਰਿਹਾ ਨਹੀਂ ਗਿਆ। ਇਹ ਕਹਿੰਦਾ ਬੀਬੀ ਦਰਅਸਲ ਮੈਂ ਲਿਆ ਕੇ ਦਿੱਤੇ ਉਹਨਾਂ ਨੂੰ। ਉਹਨਾਂ ਦਿਨਾਂ ਦੇ ਵਿੱਚ ਕੌਣ ਸੀ, ਕੀ ਉਹਨਾਂ ਦੀ ਡੈਜਿਗਨੇਸ਼ਨ? ਜਨਰਲ ਜਸਵੰਤ ਸਿੰਘ ਭੁੱਲਰ। ਹਾਂਜੀ, ਰਿਟਾਇਰ ਸੀ। ਅਤੇ ਉੱਥੇ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ, ਇਹਨੇ ਸੰਤਾਂ ਨਾਲ ਲੋਕਾਂ ਨਾਲ
ਕਾਫੀ ਤਾਲੁਕਾਤ ਰੱਖਦੇ ਸੀ। ਬਾਅਦ ਦੇ ਵਿੱਚ ਇਹ ਇੱਥੋਂ ਨਿਕਲ ਕੇ ਚਲੇ ਗਏ ਇੰਗਲੈਂਡ, ਤੇ ਉੱਥੋਂ ਫਿਰ ਇੰਗਲੈਂਡ ਦੇ ਵਿੱਚ ਕਾਫੀ ਇਹਨਾਂ ਨੇ ਰੌਲਾ ਪਾਇਆ 84 ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ। ਫਿਰ ਅਮਰੀਕਾ ਚਲੇ ਗਏ, ਉੱਥੇ ਕਾਫੀ ਸਾਰਾ ਜਨਰਲ ਸਵੇਗ ਸਿੰਘ ਨਾਲ ਵੀ ਉਹਨਾਂ ਦਾ ਹੁਣੇ ਨੇੜਤਾ ਕੋਈ? ਹਾਂ, ਜਨਰਲ ਸਵੇਗ ਸਿੰਘ ਨੂੰ ਉਹ ਜਾਣਦੇ ਸੀ ਸਰਵਿਸ ਤੋਂ, ਔਰ ਉਹ ਲੇਕਿਨ ਉਹ ਕੋਈ ਨੇੜਤਾ ਇਸ ਕਿਸਮ ਦੀ ਹੈ ਨਹੀਂ ਸੀ, ਕਿਉਂਕਿ ਜਨਰਲ ਸਵੇਗ ਸਿੰਘ ਦਾ ਸੁਭਾਅ ਹੋਰ ਤਰ੍ਹਾਂ ਦਾ ਸੀ। ਜਿਹੜਾ ਤੁਸੀਂ ਕਿਹਾ ਧਰਮਿੰਦਰ ਨਾਂ ਦੱਸਿਆ ਜੰਮੂ ਕਸ਼ਮੀਰ ਫੈਕਟਰੀ ਧਰਿੰਦਰ ਬ੍ਰਹਮਚਾਰੀ, ਉਹ ਕਿਸੇ ਏਜੰਸੀ ਦਾ ਬੰਦਾ ਸੀ ਜਾਂ ਕਾਂਗਰਸ ਦਾ ਬੰਦਾ ਸੀ? ਉਹ ਉਸ ਨੂੰ ਕਹਿੰਦੇ ਸੀਗੇ ਇਹ ਜਿਹੜੇ ਸਾਧ ਸੁਧ ਹੁੰਦੇ ਨੇ ਸਾਰੇ ਇਸ ਤਰ੍ਹਾਂ ਦੇ, ਇਹ ਸਾਰੇ ਸਰਕਾਰੀ ਲੋਕ ਹੁੰਦੇ ਨੇ। ਆਦਿ ਕਾਲ ਤੋਂ ਮੈਂ ਇਹਨਾਂ ਨੂੰ ਦੇਖਦਾ ਆਇਆ, ਇਹ ਸਾਰੇ ਸਰਕਾਰ ਦਾ ਕੰਮ ਕਰਦੇ ਨੇ, ਸਰਕਾਰੀ ਲੋਕ ਹੁੰਦੇ ਨੇ। ਤਾਂ ਇਹ ਧਰਿੰਦਰ ਬ੍ਰਹਮਚਾਰੀ ਕਹਿੰਦੇ ਸੀਗੇ ਕਿ ਇੰਦਰਾ ਗਾਂਧੀ ਨੂੰ ਯੋਗ ਸਿਖਾਉਂਦਾ, ਉਹਨਾਂ ਦਾ ਯੋਗਾ ਦਾ ਟੀਚਰ ਹੈ, ਇਹ ਕਿਹਾ ਜਾਂਦਾ ਸੀ ਉਹਦੇ ਬਾਰੇ। ਤਾਂ ਇਹਦੇ ਰਾਹੀਂ ਆਪਣੇ ਜਗਜੀਤ ਸਿੰਘ ਚੌਹਾਨ ਨੂੰ ਕੰਟੈਕਟ ਕੀਤਾ ਗਿਆ। ਜਿਸ ਵੇਲੇ ਦਰਸ਼ਨ ਸਿੰਘ ਫੇਰੂਮਾਨ ਦਾ ਵਰਤ ਚੱਲ ਰਿਹਾ ਸੀਗਾ, ਉਸ ਵੇਲੇ ਕੁਝ ਲੋਕ ਸੀਗੇ ਜਿਹੜੇ ਉਸ ਦੇ ਸਪੋਰਟ ਦੇ ਵਿੱਚ ਉਹਨੂੰ ਪ੍ਰੋਪਗੇਟ ਕਰ ਰਹੇ ਸੀ ਵੀ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਜਿਹੜਾ ਬਿੱਲ ਲਿਖਿਆ ਸੀਗਾ, ਜਿਹੜਾ ਰਿਕਾਰਡ ਕਰਵਾਇਆ ਸੀ ਉਸਨੇ ਆਪਣੀ ਜ਼ੁਬਾਨ ਦੇ ਨਾਲ ਬੋਲ ਕੇ ਤੇ ਹੱਥ ਨਾਲ ਲਿਖ ਕੇ ਉਹ ਦਸਤਖਤ ਕੀਤੇ ਸੀ, ਮੇਰੇ ਕੋਲ ਪਿਆ ਹੈ। ਉਸਨੇ ਕਿਹਾ ਕਿ ਮੈਂ ਸਿੱਖ ਹੋਮਲੈਂਡ ਵਾਸਤੇ ਸ਼ਹਾਦਤ ਦੇ ਰਿਹਾ। ਤਾਂ ਉਸ ਵੇਲੇ ਗੁਰਨਾਮ ਸਿੰਘ ਇੱਥੇ ਚੀਫ ਮਿਨਿਸਟਰ ਸੀਗਾ, ਇੱਕ ਅਵਤਾਰ ਸਿੰਘ ਕੋਲਿਆਂ ਵਾਲਾ ਸੀ ਜਲੰਧਰ ਦੇ ਵਿੱਚ, ਉਸ ਦੇ ਕੋਲੇ ਕਿਉਂ ਇੱਕ ਵਾਰੀ ਸਰਦਾਰ ਕਪੂਰ ਸਿੰਘ ਤੇ ਮਹਿੰਦਰ ਸਿੰਘ ਖੰਨਾ ਤੇ ਜਗਜੀਤ ਸਿੰਘ ਚੌਹਾਨ, ਇਹ 3 ਬੰਦੇ ਸੀ ਜਿਹੜੇ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਸੀਗੇ ਪ੍ਰੋਮੀਨੈਂਟਲੀ। ਤਾਂ ਇਹਨਾਂ ਦੇ ਵਿੱਚੋਂ ਇਹ 3 ਜਾਣੇ ਇੱਕ ਦਿਨ ਜਾ ਰਹੇ ਸੀਗੇ ਉੱਥੇ ਖਾਲਸਾ ਕਾਲਜ ਜਲੰਧਰ ਮੈਂ ਪੜ੍ਹਾਉਂਦਾ ਸੀ ਉਸ ਵੇਲੇ। ਤਾਂ ਇਹਨਾਂ ਨੇ ਕਿਹਾ ਵੀ ਇਹਨੂੰ ਆਪ ਦੇ ਦਿਓ, ਜਿਸ ਦਿਨ ਫੇਰੂਮਾਨ ਦੀ ਸ਼ਹਾਦਤ ਹੋਏਗੀ ਉਸ ਦਿਨ ਇਹ ਲੋਕਾਂ ਨੂੰ ਦੱਸ ਦੇਵੇ। ਉਦੋਂ ਤੱਕ ਅਸੀਂ ਇਹ ਰੱਖਿਆ ਹੋਇਆ ਸੀਗਾ ਕਿ ਚੰਡੀਗੜ੍ਹ ਦੇ ਵਾਸਤੇ ਇਹ ਕਰ ਰਹੇ ਨੇ। ਅੱਛਾ, ਹੁਣ ਗਿਆਨੀ ਜ਼ੈਲ ਸਿੰਘ ਉਸ ਵੇਲੇ ਕਾਂਗਰਸ ਦਾ ਪ੍ਰਧਾਨ ਸੀ, ਇਹ ਜਲੰਧਰ ਦੇ ਵਿੱਚ ਕਾਫੀ, ਕਿਉਂਕਿ ਸੈਂਟਰ ਸੀ ਪੰਜਾਬ ਦੀ, ਹਾਂਜੀ ਹਾਂ, ਪ੍ਰੈਸ ਦਾ ਵੀ ਸੈਂਟਰ ਸੀ, ਪੰਜਾਬ ਦੀ ਸਿਆਸਤ ਦਾ ਵੀ ਸੈਂਟਰ ਸੀ ਇੱਕ ਤਰ੍ਹਾਂ ਨਾਲ। ਤਾਂ ਗਿਆਨੀ ਜ਼ੈਲ ਸਿੰਘ ਨਾਲ ਵੀ ਇਸ ਦਾ ਰੈਪਰਟ ਸੀ। ਇੱਕ ਦਿਨ ਅਸੀਂ ਗਿਆਨੀ ਜ਼ੈਲ ਸਿੰਘ ਦੀ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗਏ ਦੋਨੋਂ ਜਾਣੇ, ਤੇ ਉਹ ਗਿਆਨੀ ਜੀ ਨੂੰ ਇਸਨੇ ਗੱਲਾਂ ਹੋਈਆਂ। ਤਾਂ ਮਤਲਬ ਇਹ ਗਿਆਨੀ ਜੀ ਇਸ ਕਰਕੇ ਸਪੋਰਟ ਕਰ ਰਹੇ ਸੀਗੇ ਕਿ ਇਹ ਚੰਡੀਗੜ੍ਹ ਲੈਣ ਵਾਸਤੇ ਗੱਲ ਕਰ ਰਿਹਾ, ਕਿਉਂਕਿ ਬਾਹਰ ਤਾਂ ਚੰਡੀਗੜ੍ਹ ਦੀ ਗੱਲ ਸੀ, ਲੇਕਿਨ ਅਸਲ ਦੇ ਵਿੱਚ ਉਹ ਸਿੱਖ ਹੋਮਲੈਂਡ ਦੀ ਗੱਲ ਕਰ ਰਿਹਾ ਸੀਗਾ। ਇਹ ਅਸੀਂ ਉਸ ਤੋਂ ਬਾਅਦ ਦੇਣਾ ਸੀ ਜਿਸ ਦਿਨ ਉਹਦੀ ਸ਼ਹਾਦਤ ਹੋਣੀ ਸੀਗੀ। ਤੇ ਇਹ ਅਵਤਾਰ ਸਿੰਘ ਕੋਲਿਆਂ ਵਾਲੇ ਨੂੰ ਲੈ ਕੇ ਇੱਕ ਉਹ ਜਿਹੜੇ ਮੇਰੇ ਕੋਲੇ ਰੱਖਣੇ ਸੀਗੇ, ਮੈਂ ਉੱਥੇ ਮਿਲਿਆ ਨਾ ਉਸ ਵੇਲੇ, ਕੋਈ ਸ਼ਾਇਦ ਪੀਰੀਅਡ ਲੱਗਿਆ ਹੋਣਾ ਜਾਂ ਕੋਈ ਨਹੀਂ ਹੋਣਾ, ਤੇ ਨਹੀਂ ਹੋਣਾ ਉਸ ਵੇਲੇ। ਉਹ ਅਵਤਾਰ ਸਿੰਘ ਕੋਲਿਆਂ ਵਾਲੇ ਕੋਲੇ ਰੱਖ ਕੇ ਦੋਨੋਂ ਚੀਜ਼ਾਂ, ਇੱਕ ਤਾਂ ਵਿਲ ਜਿਹੜਾ ਪੇਪਰ ਤੇ ਲਿਖਿਆ ਹੋਇਆ ਸੀ, ਇੱਕ ਜਿਹੜੀ ਉਹਦੀ ਟੇਪ ਸੀਗੀ। ਅਵਤਾਰ ਸਿੰਘ ਕੋਲਿਆਂ ਵਾਲੇ ਦੇ ਦਿਲ ਦੇ ਵਿੱਚ ਥੋੜ੍ਹੀ ਬਹੁਤ ਬੇਈਮਾਨੀ ਆ ਗਈ। ਉਸਨੇ ਗੁਰਨਾਮ ਸਿੰਘ ਨੂੰ ਕੰਟੈਕਟ ਕੀਤਾ, ਔਰ ਗੁਰਨਾਮ ਸਿੰਘ ਦੇ ਨਾਲ ਜਾ ਕੇ ਇੰਦਰਾ ਗਾਂਧੀ ਨੂੰ ਦੱਸਿਆ ਕਿ ਜੀ ਇਹ ਤਾਂ ਆਹ ਹੈਗਾ ਅਸਲੀ ਮਸਲਾ ਤਾਂ ਇਹਨਾਂ ਦਾ। ਤਾਂ ਗਿਆਨੀ ਜ਼ੈਲ ਸਿੰਘ ਜਿਹੜਾ ਸਾਨੂੰ ਸਪੋਰਟ ਕਰਦਾ ਸੀ, ਉਸ ਤੋਂ ਬਾਅਦ ਸਪੋਰਟ ਕਰਨੋਂ ਹਟ ਗਿਆ ਇੱਥੇ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਫੇਰੂਮਾਨ ਦੀ ਤੁਸੀਂ ਗੱਲ ਕਰਦੇ ਹੋ, ਜਦੋਂ ਉਹਨਾਂ ਨੇ ਮਰਨ ਵਰਤ ਰੱਖਿਆ, ਫਿਰ ਉਹ ਕਲੀਅਰ ਕਾਹਤੋਂ ਨਹੀਂ ਕੀਤਾ ਉਹਨਾਂ ਨੇ? ਬਾਅਦ 'ਚ ਜਦੋਂ ਕਹਿੰਦੇ ਉਹ ਤਾਂ ਫਿਰ ਐਂ ਲੱਗਦਾ ਸੀ ਕਿ ਹੋ ਸਕਦਾ ਕੋਈ ਚਾਲ ਹੋਵੇ, ਬਾਅਦ 'ਚ ਕਿਉਂ ਦੱਸੀ ਗੱਲ? ਨਹੀਂ, ਉਹਨਾਂ ਨੇ ਕਲੀਅਰ ਸਾਰਾ ਕੁਝ ਕੀਤਾ ਸੀਗਾ। ਇਹ ਪੰਜਾਬ ਦੇ ਬੜੇ ਮਸਲੇ ਹਨਗੇ, ਇਹਨਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ, ਤੇ ਇਹ ਜਿਹੜਾ ਪੰਜਾਬ ਨੂੰ ਜਿਹੜੇ ਇਹਦੇ ਅਧਿਕਾਰ ਹੈ ਮਿਲਣੇ ਚਾਹੀਦੇ ਆ, ਉਹ ਸਾਰਾ ਕੁਝ ਕਲੀਅਰ ਕੀਤਾ ਸੀ। ਸੰਤ ਫਤਿਹ ਸਿੰਘ ਨੂੰ ਚਿੱਠੀਆਂ ਲਿਖੀਆਂ ਉਸਨੇ, ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀਆਂ ਲਿਖੀਆਂ, ਸਾਰੇ ਬੜਾ ਓਪਨ ਸੀ ਸਾਰਾ ਕੁਝ। ਲੇਕਿਨ ਇਹ ਜਿਹੜਾ ਹੋਮਲੈਂਡ ਦਾ ਵਰਡ ਸੀ ਨਾ, ਇਹ ਨਹੀਂ ਸੀ ਵਰਤਿਆ ਉਸਨੇ। ਬਾਕੀ ਸਾਰੀ ਗੱਲ ਉਹੀ ਸੀ ਵੀ ਸਿੱਖਾਂ ਨਾਲ ਤੁਸੀਂ ਵਾਅਦੇ ਕੀਤੇ ਸੀਗੇ, ਤੁਸੀਂ ਸਿੱਖ ਹੋਮਲੈਂਡ ਵਾਲੀ ਗੱਲ ਉਦੋਂ ਕਿਤੇ ਚੱਲੀ ਫੇਰੂਮਾਨ ਦੇ ਜੋ ਮਰਨ ਵਰਤ ਸੀ? ਹਾਂਜੀ, ਉਸ ਵੇਲੇ ਸ਼ੁਰੂ ਹੋਈ ਸਿੱਖ ਹੋਮਲੈਂਡ ਦੀ ਗੱਲ। ਹਾਂ, ਤਾਂ ਇਹ ਡਾਕਟਰ ਜਗਜੀਤ ਸਿੰਘ ਵੀ ਸਿੱਖ ਹੋਮਲੈਂਡ ਦੇ ਇਸ ਦੇ ਵਿੱਚ ਸਪੋਰਟ ਕਰ ਰਿਹਾ ਸੀ ਉਸਨੂੰ। ਤੇ ਇਹ ਜਿਸ ਵੇਲੇ ਦਰਸ਼ਨ ਸਿੰਘ ਫੇਰੂਮਾਨ ਜੀ ਦਾ ਸੰਸਕਾਰ ਹੋਇਆ ਪਿੰਡ ਦੇ ਵਿੱਚ, ਇੱਕ ਇਕੱਲਾ ਬੰਦਾ ਸੀ ਜਿਹੜਾ ਉੱਥੇ ਪਹੁੰਚ ਗਿਆ ਸਾਡੇ ਸਾਰਿਆਂ 'ਚੋਂ, ਕਿਉਂਕਿ ਪੁਲਿਸ ਦਾ ਬੜਾ ਪਹਿਰਾ ਸੀ ਸਖਤ, ਔਰ ਪੁਲਿਸ ਨੇ ਜਾ ਕੇ ਸੰਸਕਾਰ ਕੀਤਾ ਸੀ ਆਪਣੇ ਆਪ। ਤਾਂ ਇਹ ਕਿਸ ਤਰ੍ਹਾਂ ਨਾਲ ਭੇਸ ਵੜਾ ਕੇ ਤੇ ਬਿਲਕੁਲ ਉੱਥੇ ਸੰਸਕਾਰ 'ਤੇ ਪ੍ਰੈਜ਼ੈਂਟ ਸੀ। ਸੋ ਬੜਾ ਸਿਆਣਾ ਬੰਦਾ ਸੀਗਾ, ਅਸੀਂ ਇਸ ਨੂੰ ਕਾਫੀ ਤੇਜ਼ ਚਤੁਰ ਸੀਗਾ। ਅਤੇ ਉਸ ਤੋਂ ਬਾਅਦ ਇਹ ਬਾਹਰ ਗਿਆ ਕਿ ਜੀ ਬਾਹਰ ਜਾਣਾ ਸੀਗਾ, ਇਸਨੇ ਇਹ ਸਾਨੂੰ ਇਹ ਕਹਿ ਕੇ ਗਿਆ ਜੀ ਮੈਂ ਸਿੱਖ ਹੋਮਲੈਂਡ ਦੀ ਗੱਲ ਕਰਨ ਵਾਸਤੇ, ਅਤੇ
ਖਾਲਸਾ ਰਾਜ ਦਾ ਪ੍ਰਚਾਰ ਕਰਨ ਵਾਸਤੇ ਜਾ ਰਿਹਾ। ਉੱਥੇ ਜਾ ਕੇ ਇਸਨੇ ਖਾਲਿਸਤਾਨ ਦੀ ਗੱਲ ਸ਼ੁਰੂ ਕਰਤੀ, ਇਸਨੇ ਸਿੱਖ ਹੋਮਲੈਂਡ ਦਾ ਨਾਂ ਹੀ ਨਹੀਂ ਲਿਆ। ਰਾਸ਼ਟਰਪਤੀ ਬਣ ਗਿਆ, ਆਪੂ ਬਣਿਆ। ਹਾਂ, ਤਾਂ ਉਹ ਇਹ ਮਤਲਬ ਇਹ ਹੈਗਾ ਕਿ ਉਸ ਨੂੰ ਇੱਕ ਏਜੰਡਾ ਦੇ ਕੇ ਬਾਹਰ ਭੇਜਿਆ ਗਿਆ ਸੀਗਾ। ਉਦੋਂ ਦਾ ਇਹ ਖਾਲਿਸਤਾਨ ਦਾ ਪ੍ਰਚਾਰ ਹੋ ਰਿਹਾ ਔਰ ਕੋਈ ਇਸ ਦੇ ਬਾਰੇ ਕੁਝ ਲੱਗਦਾ ਕਿ ਇਹਦੇ ਪਿੱਛੇ ਵੀ ਏਜੰਸੀਆਂ ਦਾ ਹੱਥ ਹੋ ਸਕਦਾ। ਬਿਲਕੁਲ, ਤਰਿੰਦਰ ਬ੍ਰਹਮਚਾਰੀ ਤਾਂ ਆਪ ਵੱਡੀ ਏਜੰਸੀ ਸੀਗਾ। ਉਹਦਾ ਇਹ ਫਰੈਂਡ ਸੀਗਾ ਚਾਹਨ। ਹਾਂ, ਉਸ ਦੇ ਰਾਹੀਂ ਇਸ ਨੂੰ ਇਨਫਲੂਐਂਸ ਕੀਤਾ ਗਿਆ ਪਰ ਸੀਗਾ। ਇਹਨਾਂ ਦਿਨਾਂ 'ਚ ਜੇ ਹੁਣ ਆਪਾਂ ਦੇਖ ਇਹਨਾਂ ਨੇ ਤਰਿੰਦਰ ਬ੍ਰਹਮਚਾਰੀ ਦੇ ਕਈ ਇੱਥੇ ਸਟੇਟ ਫੰਕਸ਼ਨ ਵੀ ਕਰਵਾਏ ਸੀ ਅੱਛਾ ਜੀ, ਜਦੋਂ ਇਹ ਫਾਈਨੈਂਸ ਮਿਨਿਸਟਰ ਸੀ। ਹੁਣ ਅੱਜ ਦੀ ਡੇਟ 'ਚ ਜੇ ਗੱਲ ਕਰ ਲਈ, ਸਿੱਖਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵਾਰ ਚਾਹ ਦੇ ਕੱਪ ਦੇ ਬਾਹਰਲੇ ਬੰਦੇ ਬੁਲਾਏ ਨੇ, ਉਹ ਬੰਦੇ ਵੀ ਬੁਲਾਏ ਨੇ ਜਿਨ੍ਹਾਂ ਦਾ ਨਾਂ ਕਾਲੀ ਸੂਚੀ ਦੇ ਵਿੱਚ ਸ਼ਾਮਲ ਸੀ। ਕਈਆਂ 'ਤੇ ਇਹ ਵੀ ਦੋਸ਼ ਲੱਗਦੇ ਨੇ ਕਿ ਉਹ ਬਲੈਕ ਹੈਟਾਂ ਨਾਲ ਮਿਲੇ ਸੀ, ਕਈਆਂ 'ਤੇ ਲੱਗਦੇ ਟੌਪ ਦੇ ਖਾੜਕੂਆਂ ਨਾਲ ਮਿਲੇ ਸੀ, ਇੱਕ ਦੋ 'ਤੇ ਤਾਂ ਕੇਸ ਵੀ ਸੀਗੇ। ਇਹਦੇ ਬਾਵਜੂਦ ਵੀ ਉਹਨਾਂ ਨੂੰ ਚੰਗੀ ਉਹਨਾਂ ਦੀ ਮਹਿਮਾਨਦਾਰੀ ਕੀਤੀ ਗਈ। ਫਿਰ ਹੁਣ ਕਿਉਂ ਇਹੋ ਜਿਹਾ ਹੋ ਗਿਆ ਕਿ ਬੀਜੇਪੀ ਨੂੰ ਜਾਂ ਕੇਂਦਰ ਨੂੰ ਕਿ ਸਿੱਖਾਂ ਨੂੰ ਬਦਨਾਮ ਕਰ ਦਿਓ, ਜਾਂ ਫਿਰ ਖਟਾਸ ਕਿੱਥੇ ਪੈਦਾ ਹੋ ਗਈ? ਦੇਖੋ, ਲੱਗਦਾ ਇਹ ਹੈਗਾ ਕਿ ਇਹਨਾਂ ਨੂੰ ਜਿਹੜੇ ਮਣੀਪੁਰ ਦਾ ਕਾਫੀ ਸੈਟਬੈਕ ਆਇਆ ਔਰ ਮੁਸਲਮਾਨਾਂ ਦੇ ਵੀ ਜਿਹੜਾ ਇਹਨਾਂ ਨੇ ਮੁਸਲਮਾਨਾਂ ਨੂੰ ਜੋ ਇਲ ਟਰੀਟ ਕਰਕੇ ਤੇ ਇਹਨਾਂ ਨੇ ਉਹ ਜੋ ਉਹਨਾਂ ਦੇ ਕੋਲੋਂ ਵੋਟਾਂ ਲੈਣ ਦੀ ਸੰਭਾਵਨਾ ਸੀ ਉਹ ਵੀ ਇਹਨਾਂ ਦੀ ਖਤਮ ਹੁੰਦੀ ਪ੍ਰਤੀਤ ਹੋ ਰਹੀ ਹੈ, ਕਿਉਂਕਿ ਹਰਿਆਣੇ ਦੇ ਵਿੱਚ ਇੰਨਾ ਜ਼ਬਰਦਸਤ ਰਿਐਕਸ਼ਨ ਹੋਇਆ। ਸਾਰੇ ਜੱਟ ਭਾਈਚਾਰਾ, ਸਾਰੇ ਦੂਸਰੇ ਲੋਕ ਉਹਨਾਂ ਦੇ ਨਾਲ ਖੜ ਗਏ ਮੁਸਲਮਾਨਾਂ ਦੇ, ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀ। ਖਾਮਖਾ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਇੱਕ ਮੋਹਰਾ ਬਣਾਇਆ ਜਾ ਰਿਹਾ ਸੀ ਤਾਂ ਕਿ ਵੋਟਾਂ ਵਟੂਰੀਆਂ ਜਾ ਸਕਣ। ਤਾਂ ਹੁਣ ਇਹਨਾਂ ਕੋਲੇ ਰਹਿ ਕੀ ਗਿਆ? ਉਧਰਲੇ ਪਾਸੇ ਮਣੀਪੁਰ ਦਾ ਜਿਹੜਾ ਬੜਾ ਗੰਭੀਰ ਮਸਲਾ ਆ ਗਿਆ, ਉਹਦੀ ਬ੍ਰਿਟਿਸ਼ ਜਿਹੜੀ ਯੂਰਪੀਅਨ ਪਾਰਲੀਮੈਂਟ ਉਹਦੇ ਵਿੱਚ ਵੀ ਸਵਾਲ ਉਠਾਇਆ ਗਿਆ ਵੀ ਕਿਉਂ ਇਸ ਤਰ੍ਹਾਂ ਲੋਕਾਂ ਨੂੰ ਮਾਰ ਰਹੇ ਆ ਅਤੇ ਕਿਉਂ ਇਹ ਐਕਟ ਨਹੀਂ ਕਰ ਰਹੇ। ਫਿਰ ਪਾਰਲੀਮੈਂਟ ਦੇ ਵਿੱਚ ਸਾਡਾ ਕੋਈ ਬਹੁਤ ਜ਼ਿੰਮੇਵਾਰ ਪ੍ਰਧਾਨ ਮੰਤਰੀ ਜਾਂ ਇਸ ਕਿਸਮ ਦਾ ਆਦਮੀ ਉੱਥੇ ਬੋਲਿਆ ਨਹੀਂ। ਤਾਂ ਫਿਰ ਇਸ ਤੋਂ ਬਾਅਦ ਹੁਣ ਕੀ ਰਹਿ ਗਿਆ ਇਹਨਾਂ ਕੋਲੇ ਕਰਨ ਵਾਸਤੇ? ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਬਦਨਾਮ ਕਰਨ ਦਾ ਪੂਰੇ ਇੰਡੀਆ ਲੈਵਲ 'ਤੇ ਇੱਕ ਪ੍ਰਚਾਰ ਕੀਤਾ ਸੀ, ਪੈਂਤੜਾ ਲਿਆ ਸੀ ਕਿ ਬਦਨਾਮ ਕਰੋ, ਵੋਟਾਂ ਹਾਸਲ ਕਰੋ ਹਿੰਦੂ ਤਬਕੇ ਦੀਆਂ, ਉਹ ਹਿੱਸੇ ਰਾਹ 'ਤੇ ਫਿਰ ਇਹ ਜਿਹੜੀ ਮੌਜੂਦਾ ਸਰਕਾਰਾਂ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ? ਹਾਂ, ਇਹਨਾਂ ਨੇ ਦੇਖਿਆ ਕਿ ਚਲੋ ਹੁਣ ਬਾਕੀ ਤਾਂ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਜਿਸ ਵੇਲੇ ਸਿੱਖਾਂ ਦੇ ਉੱਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਉਸ ਵੇਲੇ ਵੀ ਇਹਨਾਂ ਦੀ ਮਿਲੀ ਭੁਗਤ ਸੀ ਉਹਦੇ ਨਾਲ। ਇਹ ਸਾਰੇ ਉਹਨੂੰ ਸਪੋਰਟ ਕਰਦੇ ਰਹੇ। ਇਹਨਾਂ ਦੇ ਵੱਡੇ ਲੀਡਰ ਅਡਾਨੀ ਸਾਹਿਬ, ਆਪਣੇ ਅਡਵਾਨੀ ਸਾਹਿਬ ਤੇ ਵਾਜਪਾਈ ਸਾਹਿਬ ਸਾਰੇ ਸਪੋਰਟ ਕਰਦੇ ਰਹੇ ਆ ਔਰ ਜਲੂਸ ਕੱਢਦੇ ਰਹੇ ਬਕਾਇਦਾ ਵੀ ਤੁਸੀਂ ਉਹਨਾਂ ਦੀ ਆਪਣੀ ਦੁਰਗਾ ਮਾਤਾ ਤੱਕ ਕਹਿਤਾ ਸੀ ਮਿਲਾਦਾ ਇੰਦਰਾ ਗਾਂਧੀ ਦੇ ਵਿੱਚ ਵੀ ਲਿਖਿਆ। ਦੁਰਗਾ ਦਾ ਖੈਰ ਉਹ ਜਿਸ ਵੇਲੇ ਪਾਕਿਸਤਾਨ ਦਾ ਇਹਨੇ ਸਰੈਂਡਰ ਕਰਵਾਈ ਸੀ ਨਾ ਪਾਕਿਸਤਾਨੀ ਬੰਗਲਾਦੇਸ਼ ਦੇ ਵਿੱਚ, ਉਸ ਵੇਲੇ ਇਹਨੇ ਦੁਰਗਾ ਦਾ ਖਿਤਾਬ ਦਿੱਤਾ ਸੀ। ਅਤੇ ਲੇਕਿਨ ਉੱਥੇ ਹੀ ਜਿਹੜੇ ਦੁਰਗਾ ਦਾ ਅਸਲ ਰੂਪ ਜਾਣਦੇ ਨੇ ਉਹਨਾਂ ਲੋਕਾਂ ਨੇ, ਬੰਗਾਲੀਆਂ ਨੇ, ਉੱਥੇ ਹੀ ਉਹਨੂੰ ਅਪੋਜ਼ ਕਰਤਾ ਸੀ ਵੀ ਪਹਿਲਾਂ ਇਹਦਾ ਪਤਾ ਕਰ ਲਓ ਦੁਰਗਾ ਕੌਣ ਸੀਗੀ, ਇਸ ਵਿਚਾਰੀ ਨੂੰ ਤੁਸੀਂ ਦੁਰਗਾ ਕਹਿ ਰਹੇ ਹੋ। ਤਾਂ ਖੈਰ ਉਹ ਕਹਾਣੀ ਵੱਖਰੀ ਹੈ। ਤਾਂ ਲੇਕਿਨ ਇਹ ਜਿਹੜੇ ਹੈਗੇ ਨਾ ਇਹਨਾਂ ਲੋਕਾਂ ਨੇ ਉਸ ਵੇਲੇ ਹੀ ਸਪੋਰਟ ਕੀਤਾ ਸੀ। ਇਹਨਾਂ ਨੇ ਦੇਖਿਆ ਵੀ ਰਾਜੀਵ ਗਾਂਧੀ ਦੇਖੋ ਕਿੰਨੀਆਂ ਵੋਟਾਂ ਲੈ ਗਿਆ ਸੀਗਾ, ਉਹਦੇ ਮਾਂ ਨੂੰ ਨਹੀਂ ਮਿਲੀਆਂ ਇੰਨੀਆਂ ਵੋਟਾਂ, ਇੰਨੀਆਂ ਉਹਦੇ ਨਾਨੇ ਨੂੰ ਸੀਟਾਂ ਨਹੀਂ ਮਿਲੀਆਂ। ਅਤੇ ਹੁਣ ਇਸ ਵੇਲੇ ਡਾਵਾਂਡੋਲ ਹੈ ਇਹਨਾਂ ਦੀ ਕਿਸ਼ਤੀ। ਤਾਂ ਇਸ ਦੇ ਵਿੱਚ ਅੱਕੀ ਭਲਾਈ ਹੱਥ ਮਾਰ ਰਹੇ ਨੇ। ਮੈਨੂੰ ਲੱਗਦਾ ਵੀ ਕਿ ਜਿਹੜਾ ਇੰਡੀਆ ਗੱਠਜੋੜ ਥੋੜ੍ਹਾ ਜ਼ਿਆਦਾ ਸੰਗਠਿਤ ਹੋ ਗਿਆ, ਜਾਂ ਕਹਿ ਲਓ ਕਿ ਆਪਣੀ ਤਾਕਤ ਦਿਖਾਉਣ ਲੱਗ ਗਿਆ, ਉਹਦੇ ਕਰਕੇ ਫਿਰ ਇਹ ਇੱਦਾਂ ਚਾਹੁੰਦੇ ਆ ਕਿ ਸਿੱਖਾਂ ਨੂੰ ਬਦਨਾਮ ਕਰਕੇ ਥੋੜ੍ਹਾ ਇੱਕ ਵਰਗ ਨੂੰ ਆਪਣੇ ਨਾਲ ਲੈ ਲਓ। ਦੇਖੋ, ਇੰਡੀਆ ਜਿਹੜਾ ਗੱਠਜੋੜ ਹੈਗਾ ਉਸ ਦੀ ਸ਼ਕਤੀ ਦੇ ਬਾਰੇ ਤਾਂ ਸਿਆਸੀ ਲੋਕਾਂ ਨੂੰ ਪਤਾ ਹੋਏਗਾ। ਮੈਂ ਬਹੁਤਾ ਇਸ ਦੇ ਬਾਰੇ ਕਿਉਂਕਿ ਕੋਈ ਪ੍ਰਤੱਖ ਪ੍ਰਮਾਣ ਤਾਂ ਆ ਨਹੀਂ ਰਿਹਾ। ਹਿਲਜੁਲ ਜੀ ਹੋਈ ਹੈ ਥੋੜ੍ਹੀ ਜਿਹੀ, ਲੱਗਦਾ ਹੈ ਕਿ ਸਾਰੀਆਂ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਜਾਣਗੀਆਂ। ਹਿਲਜੁਲ ਕਾਫੀ ਹੈ ਔਰ ਪਿਛਲੇ 3 ਇਲੈਕਸ਼ਨ ਤਾਂ ਇਹ ਹਾਰ ਚੁੱਕੇ ਨੇ 3 ਸਟੇਟਸ ਦੇ ਵਿੱਚ, ਅਤੇ ਹੁਣ ਵੀ ਕੋਈ ਸੰਭਾਵਨਾ ਨਹੀਂ ਜੋ ਵੀ ਲੱਗਦਾ। ਲੇਕਿਨ ਇਹ ਦੇਖੋ ਕਿ ਇੰਡੀਆ ਗੱਠਜੋੜ ਵਾਲੇ ਵੀ ਇਸ ਮਸਲੇ ਦੇ ਉੱਤੇ ਕੁਛ ਨਹੀਂ ਬੋਲ ਰਹੇ, ਚੁੱਪ ਕਰਕੇ ਬੈਠੇ ਨੇ। ਸਾਰੇ ਪੰਜਾਬ ਦੇ ਸਿਆਸਤਦਾਨ ਸਾਰੇ ਹੋਰ ਚੁੱਪ ਕਰਕੇ ਬੈਠੇ ਨੇ। ਉਹਨਾਂ ਨੂੰ ਪਤਾ ਹੈ ਕਿ ਇਹ ਲੋਕ ਸਿਰਫ ਆਪਣੀ ਸਿਆਸਤ ਨੂੰ ਭਖਾਉਣ ਵਾਸਤੇ, ਹਿੰਦੂ ਵੋਟਾਂ ਨੂੰ ਗਾਰਨਰ ਕਰਨ ਵਾਸਤੇ, ਇਕੱਠੀਆਂ ਕਰਨ ਵਾਸਤੇ ਇਹ ਲੋਕ ਸਿੱਖਾਂ ਦੇ ਬਰਖਲਾਫ ਪ੍ਰਚਾਰ ਕਰ ਰਹੇ ਹੈ। ਲੇਕਿਨ ਇਹ ਬਹੁਤ ਮਾੜੀ ਗੱਲ ਹੈ, ਕਿਉਂਕਿ ਅਸੀਂ ਤਾਂ ਇਹਨਾਂ ਦੇ ਸਾਰਿਆਂ ਦੇ ਹਮਦਰਦ ਸੀ। ਅਸੀਂ ਤਾਂ 500 ਸਾਲ 550 ਸਾਲ ਇਸ ਕੌਮ ਦੀ ਸੇਵਾ ਕੀਤੀ ਹੈ, ਇਸ ਮੁਲਕ ਦੀ ਸੇਵਾ ਕੀਤੀ ਹੈ, ਮਾਨਵਤਾ ਦੀ ਸੇਵਾ ਕੀਤੀ ਹੈ।
ਅਸੀਂ ਮਾਨਵਤਾ ਦੀ ਸੇਵਾ ਕਰਦਿਆਂ ਹੋਇਆਂ ਇਹਨਾਂ ਦੀ ਸੇਵਾ ਹੋਈ ਹੈ ਜੋ ਅਸੀਂ ਕੀਤੀ ਹੈ। ਹੁਣ ਇਹਨਾਂ ਲੋਕਾਂ ਨੂੰ ਲੈ ਕੇ ਤੁਸੀਂ ਖਾਮਖਾ, ਔਰ ਫਿਰ ਦੇਖੋ ਤੁਸੀਂ ਨਿੱਜਰ ਜਿਹੜਾ ਬਿਲਕੁਲ ਨਿਰਦੋਸ਼ ਆਦਮੀ ਹੈ, ਜਿਸ ਤੱਕ ਮੈਨੂੰ ਪਤਾ ਹੈ, ਜਿਸ ਤੱਕ ਉਸ ਦੇ ਬਾਰੇ ਜੋ ਵੀ ਪ੍ਰੋਫਾਈਲ ਵਗੈਰਾ ਆਈ ਆ, ਕੈਨੇਡਾ ਦੇ ਵਿੱਚ ਵੀ ਜੋ ਪ੍ਰਚਾਰ ਸੀ ਉਹਦੇ ਬਾਰੇ ਜੋ ਲੋਕ ਜਾਣਦੇ ਸੀ, ਉਹ ਬਿਲਕੁਲ ਇੱਕ ਸਧਾਰਨ ਆਦਮੀ ਸੀ। ਉਸ ਨੂੰ ਰਾਈਫਲ ਚਲਾਉਂਦਾ ਦਿਖਾ ਰਹੇ ਆ, ਕਦੇ ਕੁਛ ਦਿਖਾ ਰਹੇ ਆ, ਇਹ ਦਿਖਾਉਣ ਵਾਸਤੇ ਵੀ ਉਹ ਅੱਤਵਾਦੀ ਸੀ। ਉਹਦੇ ਉੱਤੇ ਅੱਤਵਾਦ ਦਾ ਕਿਹੜਾ ਮੁਕੱਦਮਾ ਇਹਨਾਂ ਨੇ ਦਾਇਰ ਕੀਤਾ? ਕੋਈ ਦਰਜ ਕੀਤਾ? ਫਿਰ ਉਸ ਦੀ ਕੋਈ ਐਕਸਟ੍ਰੈਡੀਸ਼ਨ ਮੰਗੀ ਹੈ? ਉਸਨੇ ਕੀ ਕੀਤਾ ਇੱਥੇ? ਕਿਉਂਕਿ ਆਪ ਤਾਂ ਉਹ ਆਇਆ ਨਹੀਂ, ਉਸਨੇ ਕਿਸੇ ਕੋਲੋਂ ਕੁਝ ਕਰਵਾਇਆ ਤਾਂ ਕੀ ਕਰਵਾਇਆ ਉਸਨੇ ਜਿਹੜਾ ਜਿਹਦੇ ਉੱਤੇ ਤੁਸੀਂ ਉਸਨੂੰ ਅੱਤਵਾਦੀ ਗਰਦਾਨ ਰਹੇ ਹੋ? ਹੁਣ ਉਹ ਰਾਈਫਲ ਲੈ ਕੇ, ਹਰ ਇੱਕ ਬੰਦੇ ਨੂੰ ਸ਼ੌਕ ਹੁੰਦਾ ਰਾਈਫਲ ਦਾ, ਤੁਸੀਂ ਵੀ ਮੇਰੇ ਖਿਆਲ 'ਚ ਕਈ ਵਾਰੀ ਗਏ ਹੋਵੋਗੇ, ਹਰ ਇੱਕ ਬੰਦੇ ਨੂੰ ਸ਼ੌਕ ਹੁੰਦਾ ਰਾਈਫਲ। ਜਿੱਥੇ ਵੀ ਕੋਈ ਬੰਦੂਕ ਪਿਸਤੌਲ ਦੇਖਦੇ ਆ, ਘੰਟਾ ਨਿਹਾਰਦੇ ਰਹਿੰਦੇ ਆ ਲੋਕ। ਤਾਂ ਉਹ ਉੱਥੇ ਉਸ ਮੁਲਕ ਦੇ ਵਿੱਚ ਬੰਦੂਕਾਂ ਪਿਸਤੌਲਾਂ ਆਮ ਬਣ ਗਈਆਂ ਅਤੇ ਲੋਕ ਲੈ ਕੇ ਰੇਂਜਸ 'ਤੇ ਜਾਂਦੇ ਆ, ਫਾਇਰ ਕਰਦੇ ਆ। ਉਸਨੇ ਕਰ ਲਈ ਹੋਣੀ ਇੱਕ, ਕਦੇ ਉਸਦੇ ਮਨ 'ਚ ਆਇਆ, ਉਹ ਫੋਟੋਆਂ ਲੈ ਕੇ ਤੁਸੀਂ ਉਹਨਾਂ ਨੂੰ ਬਦਨਾਮ ਕਰੀ ਜਾਂਦੇ ਹੋ। ਮੰਤਰੀ ਪੱਧਰ 'ਤੇ ਜੇਕਰ ਦੇਖੀਏ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਗੱਲ ਵਾਰ-ਵਾਰ ਬਹੁਤ ਸਾਰੇ ਮੁਲਕਾਂ 'ਚ ਹੋ ਗਿਆ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਲੰਘਣ ਨਾ ਹੋਵੇ, ਇਸੇ ਗੱਲ ਨੂੰ ਲੈ ਕੇ ਟਰੂਡੋ ਨੇ ਬਿਆਨ ਦਿੱਤਾ ਹੈ। ਉਹਦੇ ਨਾਲ ਕਾਫੀ ਗੱਲ ਆ ਗਈ ਕਿ ਮਨੁੱਖੀ ਜ਼ਿੰਦਗੀ ਦੀ ਜਿਹੜੀ ਕੀਮਤ ਹੈ ਉਹ ਸਮਝਣੀ ਚਾਹੀਦੀ ਹੈ। ਟਰੂਡੋ ਨੇ ਕਹਿੰਦੇ ਉਹ ਸਮਝੀ, ਸਿੱਖ ਭਾਈਚਾਰਾ ਇਹ ਕਹਿ ਰਿਹਾ। ਇਹਦਾ ਕੌਮਾਂਤਰੀ ਪੱਧਰ 'ਤੇ ਭਾਰਤ ਨੂੰ ਕਿੰਨਾ ਨੁਕਸਾਨ ਹੈ ਸਾਰੇ ਵਰਤਾਰੇ ਦਾ? ਦੇਖੋ, ਇਸ ਦਾ ਜੇ ਤਾਂ ਕੋਈ ਸਾਡਾ ਲੀਡਰ ਹੁੰਦਾ ਤਾਂ ਇਹ ਭਾਰਤ ਦਾ, ਹਿੰਦੁਸਤਾਨ ਦਾ ਬੜਾ ਨੁਕਸਾਨ ਹੋਣਾ ਸੀਗਾ ਇਸ ਦੇ ਨਾਲ। ਹੁਣ ਇਸ ਵੇਲੇ ਸਾਡਾ ਕੋਈ ਲੀਡਰ ਨਹੀਂ ਹੈ, ਗੱਲ ਕਹਿ ਨਹੀਂ ਸਕ ਰਿਹਾ ਕੋਈ, ਤਾਂ ਇਹ ਆਪਣਾ ਇਹਨਾਂ ਨੂੰ ਰਿਲੀਫ ਮਿਲੀ ਹੋਈ ਹੈ, ਗੱਲ ਇਹ ਗਈ ਨਹੀਂ ਹੋ ਸਕਦੀ। ਹੁਣ ਸਵਾਲ ਇਹ ਉੱਠਣਗੇ ਕਿ ਆ ਜਿਹੜੇ ਕੱਲ੍ਹ ਪਰਸੋਂ 4 ਬੰਦਿਆਂ ਨੂੰ ਕਨਵਿਕਟ ਕੀਤਾ ਵੀ ਇਹਨਾਂ ਨੇ ਨਜਾਇਜ਼ 30 ਸਾਲ ਪਹਿਲਾਂ 40 ਸਾਲ ਪਹਿਲਾਂ ਨਜਾਇਜ਼ ਲੋਕਾਂ ਨੂੰ ਮਾਰਿਆ ਸੀ, ਉਹ ਲੋਕਾਂ ਨੇ ਕਿਉਂ ਮਾਰਿਆ ਉਹਨਾਂ ਨੂੰ? ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੈਗੀ? ਫਿਰ ਇਹਨਾਂ ਦੀ ਕੌਂਸਟੀਟਿਊਸ਼ਨ ਨੇ ਕੀ ਉਹਦਾ ਲੇਖਾ ਜੋਖਾ ਕੀਤਾ? 30 ਸਾਲ ਬਾਅਦ ਸਜ਼ਾ ਦੇਣੀ ਆਪਣੇ ਆਪ 'ਚ ਗੱਲ ਬਣਦੀ ਨਹੀਂ। ਹਾਂ, ਔਰ ਅੱਧੇ ਤਾਂ ਉਹਨਾਂ ਦੇ ਵਿੱਚੋਂ ਜਿਹਨਾਂ ਦੇ ਜਿਹੜੇ ਅਕਿਊਜ਼ ਸੀਗੇ ਮਰੀ ਗਏ ਸੀਗੇ। ਅੱਛਾ, ਇਸ ਤੋਂ ਇਲਾਵਾ ਇੱਕ ਭਗੌੜਾ ਹਜੇ ਤੱਕ ਫੜਿਆ ਨਹੀਂ ਗਿਆ, ਜਸਵੰਤ ਸਿੰਘ ਖਾਲੜਾ ਸੀਗਾ। ਖਾਲੜੇ ਦੇ ਉੱਤੇ ਕੋਈ ਵੀ ਦੋਸ਼ ਕਿਸੇ ਕਿਸਮ ਦਾ ਨਹੀਂ ਲੱਗਦਾ ਵੀ ਉਸਨੇ ਕੋਈ ਵਾਇਲੈਂਸ ਕੀਤੀ ਜਾਂ ਕੁਛ ਕੀਤਾ, ਔਰ ਇਹ ਪੱਕਾ ਹੈਗਾ ਕਿ ਇਸ ਨੂੰ ਸਰਕਾਰ ਨੇ ਫੜ ਕੇ ਅਤੇ ਪੁਲਿਸ ਨੇ ਫੜ ਕੇ ਮਾਰਿਆ। ਪਰ ਗੁਰਤੇਜ ਸਿੰਘ, ਜਿਸ ਤਰ੍ਹਾਂ ਆਪਾਂ ਚਲੋ ਜਿਹੜੇ NRA ਭਾਈਚਾਰਾ ਇੱਧਰ ਆਉਂਦਾ ਜਾਂ ਕੁਝ ਸਿਰਦ ਹਲਕੇ ਨੇ, ਸਿਰਦ ਨਹੀਂ, ਮੈਂ ਹੋਰ ਸਵਾਲ ਕਰ ਰਿਹਾ ਕਿ ਜਿਹੜੇ ਉੱਧਰ ਵੀ ਸਿੱਖ ਲੀਡਰ ਬਣੇ ਹੋਏ ਨੇ, ਉਹ ਵੀ ਕੋਈ ਨਿੱਜੀ ਆਪਦਾ ਗੁਰਦੁਆਰਾ ਚਲਾ ਰਿਹਾ ਹੈ, ਕੋਈ ਆਪਦੇ ਲਾਲਚ ਨੂੰ ਤੁਰਿਆ ਫਿਰਦਾ ਹੈ। ਇੱਕ ਵਿਦੇਸ਼ਾਂ ਦੇ ਵਿੱਚ ਅਮਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਇੱਕ ਸਿੱਖ ਭਾਈਚਾਰਾ ਇਕਜੁੱਟ ਨਹੀਂ ਹੈਗਾ ਆਪਦੇ ਮਸਲਿਆਂ ਨੂੰ ਲੈ ਕੇ, ਉਹ ਵੀ ਇੱਕ ਦਿੱਕਤ ਹੈ। ਦੇਖੋ, ਇੱਕ ਸਿੱਖ ਭਾਈਚਾਰਾ ਦਾ ਇਕਜੁੱਟ ਨਹੀਂ ਆਪਾਂ ਮੰਨ ਲੈਂਦੇ ਹਾਂ, ਲੇਕਿਨ ਇਹ ਕਿਹੜਾ ਇਕਜੁੱਟ ਹੋਣਗੇ ਜਿਹੜੇ ਸਾਡੇ 'ਤੇ ਇਲਜ਼ਾਮ ਲਾ ਰਹੇ ਆ? 15 ਧੜੇ ਤਾਂ ਇਹਨਾਂ ਦੇ ਇਹਦੇ ਵਿੱਚ ਹੀ ਹੋਣਗੇ, ਇੰਡੀਆ ਗਰੁੱਪ ਦੇ ਵਿੱਚ ਹੀ, ਅਤੇ ਬਾਕੀ ਇਹਨਾਂ ਦੇ ਹੋਰ ਹੋਣਗੇ, ਇਹਨਾਂ ਦੇ ਆਪ ਦੀ ਪਾਰਟੀ 'ਚ ਬਥੇਰੇ ਧੜੇ ਹੋਣਗੇ। ਹੁਣ ਜਿਵੇਂ ਇਹਨਾਂ ਦੇ ਮਿਨਿਸਟਰ ਰਿਵੋਲਟ ਕਰ ਰਹੇ ਆ ਬਿਹਾਰ ਦੇ ਵਿੱਚ, ਅਤੇ ਉੱਥੇ ਮਹਾਰਾਸ਼ਟਰ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਉਹ ਟਿਕਟਾਂ ਲੈਣ ਤੋਂ ਇਨਕਾਰ ਕਰ ਰਹੇ। ਸੋ ਇਹ ਗੱਲ ਨਹੀਂ ਹੁੰਦੀ ਖੋਖਰ ਜੀ, ਗੱਲ ਇਹ ਹੁੰਦੀ ਹੈ ਕਿ ਜਿਹੜਾ ਸੱਚ ਹੈ ਉਹ ਕੋਈ ਉਸ ਦਾ ਅਲੰਬਰਦਾਰ ਬਣਿਆ ਕਿ ਨਹੀਂ ਬਣਿਆ, ਉਹ ਸੱਚ ਦੇ ਅਲੰਬਰਦਾਰ ਹੋਣਗੇ। ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਇੱਥੇ ਜਿੰਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ ਇਸ ਮੁਲਕ ਦੇ ਵਿੱਚ, ਔਰ ਜਿਸ ਤਰ੍ਹਾਂ ਸਟੇਟ ਦੀ ਕੰਪਲਾਇੰਸ ਨਾਲ ਔਰ ਜੁਡੀਸ਼ਰੀ ਨੂੰ ਚੁੱਪ ਕਰਾ ਕੇ ਜਿੰਨੇ ਲੋਕਾਂ ਨੂੰ ਮਾਰਿਆ ਗਿਆ, ਇੰਨੇ ਇਸ ਜ਼ਮਾਨੇ ਦੇ ਵਿੱਚ ਕਦੇ ਕਿਸੇ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਨਹੀਂ ਹੋਇਆ। ਇਹ ਜਿਹੜੇ ਮਸਲੇ ਹੋਣਗੇ ਸਾਰੇ ਸਾਨੂੰ ਉਭਾਰਨੇ ਚਾਹੀਦੇ ਹੈ। ਹੁਣ ਸਾਡਾ ਲੀਡਰ ਹੁੰਦਾ ਕੋਈ, ਕਹਿੰਦਾ ਨਾ ਸ਼ਾਹ ਮੁਹੰਮਦ ਦਾ ਇੱਕ ਸਰਦਾਰ ਵਜੋਂ, ਇੱਕ ਲੀਡਰ ਤੋਂ ਬਿਨਾਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਇਹ ਬਹੁਤ ਵੱਡਾ ਸਾਡੇ ਕੋਲ ਇੱਕ ਸਮਾਂ ਆਇਆ ਸੀਗਾ ਜਿਸ ਵੇਲੇ ਕਿ ਅਸੀਂ ਆਪਣੇ ਜਿਹੜੇ ਮਸਲੇ ਸੀਗੇ, ਜਿੰਨਾ 84 ਤੋਂ ਲੈ ਕੇ 82 ਤੋਂ ਲੈ ਕੇ ਜਿੰਨਾ ਕਤਲੇਆਮ ਸਾਡਾ ਹੋਇਆ, ਉਹ ਸਾਰੇ ਦਿੱਲੀ ਕਤਲੇਆਮ ਦਾ ਸਾਨੂੰ ਕੋਈ ਨਿਆਂ ਮਿਲ ਗਿਆ? ਸਗੋਂ ਉਸ ਦਾ ਜਿਹੜਾ ਲਾਸਟ ਬੰਦਾ ਫੜਿਆ ਹੋਇਆ ਸੀ ਉਸਨੂੰ ਇਹਨਾਂ ਨੇ ਬਰੀ ਕਰਤਾ ਕਿ ਸਬੂਤ ਨਹੀਂ ਹੈ। ਤੁਸੀਂ ਬੰਦੇ ਮਰੇ ਪਏ ਆ, ਉਹ ਆਪੇ ਆਪ ਤਾਂ ਮਰੇ ਨਹੀਂ। ਤੁਸੀਂ ਕੀ ਕਹਿੰਦੇ ਹੋ ਵੀ ਇਹ ਕਿਸ ਤਰ੍ਹਾਂ ਇਹਨਾਂ ਨੂੰ ਕਿਸੇ ਨੇ ਨਹੀਂ ਮਾਰਿਆ? ਹਾਂ, ਤੁਹਾਡੀ ਮੈਂ ਲਾਸਟ ਟਿੱਪਣੀ ਲੈਣਾ ਚਾਹਾਂਗਾ ਗੁਰਪਤਵੰਤ ਪੰਨੂ ਦੇ ਬਿਆਨ 'ਤੇ। ਕੈਨੇਡਾ ਜਾ ਕੇ ਉਹਨੇ ਇਹ ਬਿਆਨ ਦਿੱਤਾ ਕਿ ਹਿੰਦੂ ਕੈਨੇਡਾ ਛੱਡ ਜਾਣ,
ਜਿਸ ਤਰ੍ਹਾਂ ਉੱਤੇ ਕਿ ਕੈਨੇਡਾ ਸਰਕਾਰ ਨੇ ਲਿਖ ਕੇ ਦਿੱਤਾ ਹੁੰਦਾ ਹੈ ਕਿ ਉਰੇ ਸਿੱਖੀ ਰਹਿ ਸਕਦੇ ਆ, ਉਹਦੇ ਬਾਰੇ ਕੀ ਕਹਿਣਾ? ਦੇਖੋ, ਗੁਰਪਤਵੰਤ ਸਿੰਘ ਦੇ ਬਾਰੇ ਮੇਰੇ ਬਹੁਤ ਰਿਜ਼ਰਵੇਸ਼ਨ ਹਨਗੇ। ਪਹਿਲੀ ਗੱਲ ਤਾਂ ਇਹ ਹੈ, ਖਾਲਿਸਤਾਨ ਦੀ ਗੱਲ ਕਰਦਾ, ਖਾਲਿਸਤਾਨ ਦਾ ਕੋਈ ਉਸਨੇ ਵਿਆਖਿਆ ਨਹੀਂ ਕੀਤੀ। ਜਿੰਨੇ ਵੀ ਖਾਲਿਸਤਾਨ ਦੀ ਗੱਲ ਕਰਦੇ, ਸਿਮਰਨਜੀਤ ਸਿੰਘ ਮਾਨ ਹੈ, ਹੋਰ ਸਾਰੇ, ਇਹ ਕੋਈ ਵਿਆਖਿਆ ਨਹੀਂ ਕਰਦੇ ਖਾਲਿਸਤਾਨ ਕੀ ਹੈ ਕੀ ਨਹੀਂ ਹੈ। ਖਾਲਸਾ ਰਾਜ ਦੀ ਗੱਲ ਕਰ ਸਕਦੇ ਆ ਉਹ, ਔਰ ਉਸ ਗੱਲ ਨੂੰ ਸਸਟੇਨ ਕੀਤਾ ਜਾ ਸਕਦਾ ਹੈ। ਖਾਲਸਾ ਰਾਜ ਪਹਿਲਾਂ ਰਿਹਾ ਵੀ ਆ, ਉਹ ਇੱਕ ਵਧੀਆ ਰਾਜ ਰਿਹਾ। ਔਰ ਉਸ ਵੇਲੇ 7% ਸੀ ਸਿੱਖ ਸਾਰੇ। 7% ਸਿੱਖ ਐਡੇ ਵੱਡੇ ਇੰਪਾਇਰ ਦੇ ਉੱਤੇ ਰਾਜ ਕਰਦੇ ਰਹੇ ਆ। ਲੋਕਾਂ ਦਾ ਰਾਜ ਸੀਗਾ, ਇੰਪਾਇਰ ਤਾਂ ਨਹੀਂ ਸੀ, ਲੋਕਾਂ ਦਾ ਰਾਜ ਸੀ। ਉਸ ਦੇ ਉੱਤੇ ਰਾਜ ਕਰਦੇ ਰਹੇ ਆ, ਔਰ ਉਸ ਦੀ ਨਜ਼ੀਰ ਜਿਹੜੀ ਹੈਗੀ ਉਹ ਉਸ ਨੂੰ ਰਣਜੀਤ ਸਿੰਘ ਨੂੰ ਅੱਜ ਦੁਨੀਆ ਦਾ ਸਭ ਤੋਂ ਵਧੀਆ ਰੂਲਰ ਦੱਸਦੀ ਹੈ, ਲੋਕਾਂ ਨੇ ਜਿਨ੍ਹਾਂ ਨੇ ਰਿਸਰਚ ਕੀਤੀ ਹੈ। ਸੋ ਉਹ ਤਾਂ ਗੱਲ ਕੀਤੀ ਜਾ ਸਕਦੀ ਹੈ, ਲੇਕਿਨ ਜਿਸ ਦੇ ਬਾਰੇ ਤੁਸੀਂ ਇੱਕ A4 ਸਾਈਜ਼ ਦਾ ਪੇਪਰ ਹੈ ਨਹੀਂ ਵੀ ਕੀ ਹੈ ਖਾਲਿਸਤਾਨ, ਉਸ ਦੇ ਉੱਤੇ ਤੁਸੀਂ ਵਾਵੇਲਾ ਖੜਾ ਕਰੀ ਜਾਂਦੇ ਹੋ। ਇੱਕ ਤਾਂ ਇਹ ਗੱਲ ਮੈਨੂੰ ਉਹਦੀ ਠੀਕ ਨਹੀਂ ਲੱਗਦੀ, ਕਿਉਂਕਿ ਉਹ ਵਕੀਲ ਆ, ਉਸ ਨੂੰ ਸਾਰੀ ਗੱਲ ਕਲੀਅਰ ਕਰਨੀ ਚਾਹੀਦੀ ਸੀ। ਦੂਸਰੀ ਆਪਣਾ ਹੁਲੀਆ ਜਿਹੜਾ ਬਣਾਇਆ ਹੋਇਆ ਉਹ 'ਤੇ ਵੀ ਸ਼ੱਕ ਹੋਣਾ ਚਾਹੀਦਾ। ਗੱਲ ਇਹ ਹੈ ਕਿ ਜੇ ਨਹੀਂ ਕਨਵਿੰਸਡ ਹੈ ਵੀ ਸਿੱਖਾਂ ਦੇ ਨਾਲ ਜ਼ਿਆਦਤੀ ਹੋ ਰਹੀ ਹੈ, ਔਰ ਸਿੱਖ ਜਿਹੜਾ ਧਰਮ ਹੈਗਾ ਇਹ ਸੰਸਾਰ ਦੇ ਉੱਤੇ ਫੈਲਣਾ ਚਾਹੀਦਾ ਹੈ, ਅਤੇ ਇਸ ਦੇ ਕੋਲ ਓਪਰਚੁਨਿਟੀ ਤਾਂਹੀਏ ਆ ਸਕਦੀ ਹੈ ਜੇ ਇਹਦਾ ਕੋਈ ਰਾਜ ਹੋਵੇ, ਅਤੇ ਇਹ ਜਿਹੜੇ ਲੋਕ ਹਨਗੇ ਇਹਨਾਂ ਦਾ ਸੰਸਾਰ ਦਾ ਕਲਿਆਣਕਾਰੀ ਪੱਖ ਹੈ, ਤਾਂ ਫਿਰ ਉਸ ਨੂੰ ਆਪਣੇ ਆਪ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ। ਉਹ ਕੋਈ ਗੱਲ ਨਹੀਂ ਹੈ। ਤੀਸਰੀ ਗੱਲ ਇਹ ਹੈ ਕਿ ਜਿਸ ਵੇਲੇ ਇਹ ਬਿਆਨ ਆਇਆ, ਉਸ ਵੇਲੇ ਹਿੰਦੁਸਤਾਨ ਕਾਫੀ ਔਖਾ ਸਾਹ ਲੈ ਰਿਹਾ ਸੀਗਾ, ਕਿਉਂਕਿ ਟਰੂਡੋ ਦਾ ਬਿਆਨ ਆ ਚੁੱਕਿਆ ਸੀ, ਪਾਰਲੀਮੈਂਟ ਦੇ ਵਿੱਚ ਬਿਆਨ ਸੀ, ਦੂਸਰੇ ਮੁਲਕ ਸਪੋਰਟ ਕਰ ਰਹੇ ਸੀਗੇ। ਉਸ ਵੇਲੇ ਇਹਨੇ ਬਿਆਨ ਦਿੱਤਾ ਹਿੰਦੂਆਂ ਦੇ ਬਰਖਲਾਫ। ਹਿੰਦੂਆਂ ਦੇ ਨਾਲ ਸਾਡੀ ਕੀ ਦੁਸ਼ਮਣੀ ਹੈ? ਜਿਹੜੇ ਉੱਥੇ ਵਿਚਾਰੇ ਰਹਿੰਦੇ ਆ ਉਹ ਵੀ ਸਾਡੇ ਵਾਂਗੂ ਹੀ ਭਾਈ ਇੱਥੋਂ ਨੱਸ ਕੇ ਗਏ ਆ, ਇੱਥੇ ਉਹਨਾਂ ਨਾਲ ਅਨਿਆਂ ਹੋਇਆ ਜਾਂ ਇੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂਹੀਏ ਗਏ ਆ। ਉਹ ਉੱਥੇ ਤਾਂ ਇਕੱਠੇ ਰਹਿੰਦੇ ਆ ਸਾਰੇ, ਉੱਥੇ ਕੋਈ ਮਿਲ ਜੁਲ ਕੇ ਰਹਿੰਦੇ ਆ। ਤਾਂ ਇਹ ਜਿਹੜਾ ਇਹਦਾ ਬਿਆਨ ਸੀ ਨਾ, ਇਹ ਸਿੱਧਾ ਹਿੰਦੁਸਤਾਨ ਦੀ ਮਦਦ ਦੇ ਵਾਸਤੇ, ਮੈਂ ਸਮਝਦਾ ਕਿ ਹਿੰਦੁਸਤਾਨ ਦੀ ਮਦਦ ਦੇ ਵਾਸਤੇ ਸੀ। ਠੀਕ ਹੈ। ਸੋ ਇਹ ਸਨ ਸਰਦਾਰ ਗੁਰਤੇਜ ਸਿੰਘ, ਜਿਨ੍ਹਾਂ ਦਾ ਕਾਫੀ ਤਜਰਬਾ ਹੈ ਅਤੇ ਸਿੱਖ ਸਿਧਾਂਤਾਂ ਦੀ ਇਹ ਗੱਲ ਕਰਦੇ ਰਹਿੰਦੇ ਨੇ। ਇਹਨਾਂ ਨੇ ਸਪਸ਼ਟ ਕਿਹਾ ਕਿ ਕੇਂਦਰ ਸਰਕਾਰ ਦੀ ਮਨਸਾ ਸਿੱਖਾਂ ਨੂੰ ਬਦਨਾਮ ਕਰਕੇ ਆਪਣੀਆਂ ਅਗਲੀਆਂ ਵੋਟਾਂ ਹਾਸਲ ਕਰਨ ਤੱਕ ਸੀਮਿਤ ਹੈ। ਸੋ ਗੁਰਪਤਵੰਤ ਪੰਨੂ 'ਤੇ ਵੀ ਇਹਨਾਂ ਨੇ ਤਿੱਖਾ ਤਵਾ ਧਰਿਆ ਕਿ ਜੇਕਰ ਉਹ ਖੁਦ ਹੀ ਖਾਮੀ ਆ ਤਾਂ ਖੁਦ ਸਿੱਖ ਤਾਂ ਫਿਰ ਬਣ ਕੇ ਦਿਖਾਵੇ। ਸੋ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਫ਼ ਤੇ ਸਪਸ਼ਟ ਦਿੱਤੇ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੌਰਾਨ ਕੈਨੇਡਾ ਅਤੇ ਭਾਰਤ ਦੇ ਸੰਬੰਧ ਕਿਸ ਤਰ੍ਹਾਂ ਦੇ ਰਹਿੰਦੇ ਨੇ। ਕੈਮਰਾਮੈਨ ਪ੍ਰੀਤ ਦੇ ਨਾਲ ਦਰਸ਼ਨ ਸਿੰਘ ਕੋਖਰ, ਚੰਡੀਗੜ੍ਹ।